ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਕਵਰ ਕਰਾਂਗੇ ਯੂਨਿਟ 3 ਦਾ ਸੈਸ਼ਨ ਨੰਬਰ 1, ਜਿਸ ਦਾ ਨਾਮ ਹੈ ਮੈਥਡਸ ਆਫ ਸੈਲਿੰਗ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਵਰ ਕਰਾਂਗੇ ਸੇਲ ਦੀ ਪਰਿਭਾਸ਼ਾ। ਸੇਲ ਦੀ ਪਰਿਭਾਸ਼ਾ ਕੀ ਹੈ? ਸੇਲਸ ਇਜ਼ ਐਨ ਐਕਟ ਆਫ ਸੈਲਿੰਗ ਏ ਪ੍ਰੋਡਕਟ ਇਨ ਰਿਟਰਨ ਫॉर ਮਨੀ। ਮਤਲਬ ਕਿ ਇੱਕ ਗਾਹਕ ਜਦੋਂ ਕੋਈ ਵਸਤੂ ਖਰੀਦਦਾ ਹੈ ਤਾਂ ਉਸ ਦੇ ਐਵਜ ਦੇ ਵਿੱਚ ਉਹ ਦੁਕਾਨਦਾਰ ਜਾਂ ਪਰਚੂਨਕਾਰ ਨੂੰ ਕੁਝ ਪੈਸੇ ਦਿੰਦਾ ਹੈ, ਤਾਂ ਉਸ ਪੂਰੀ ਪ੍ਰਕਿਰਿਆ ਨੂੰ ਸੇਲ ਆਖਿਆ ਜਾਂਦਾ ਹੈ। ਇਸ ਦੇ ਵਿੱਚ ਇੱਕ ਰਿਲੇਸ਼ਨ ਬਣ ਜਾਂਦਾ ਹੈ ਪਰਚੂਨਕਾਰ ਅਤੇ ਗਾਹਕ ਦੇ ਵਿੱਚ। ਕਈ ਵਾਰ ਇਹ ਰਿਲੇਸ਼ਨਸ਼ਿਪ ਬਹੁਤ ਛੋਟਾ ਹੁੰਦਾ ਹੈ, ਮਤਲਬ ਕਿ ਇੱਕ ਗਾਹਕ ਗਿਆ ਕਿਸ ਦੁਕਾਨ ਤੇ, ਉਹਨੇ ਉਸ ਦੁਕਾਨ ਤੋਂ ਸਿਰਫ ਇੱਕ ਵਾਰ ਹੀ ਵਸਤੂ ਖਰੀਦੀ, ਉਸ ਤੋਂ ਬਾਅਦ ਉਹ ਵਸਤੂ ਕਦੀ ਖਰੀਦਣ ਉਸ ਦੁਕਾਨ ਤੇ ਨਹੀਂ ਗਿਆ, ਤਾਂ ਉਸ ਟਾਈਮ ਤੇ ਇਹ ਜੋ ਰਿਲੇਸ਼ਨਸ਼ਿਪ ਹੈ ਇਹ ਬਹੁਤ ਛੋਟਾ ਹੋ ਜਾਂਦਾ ਹੈ। ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਗਾਹਕ ਉਸ ਦੁਕਾਨ ਦਾ ਪੱਕਾ ਗਾਹਕ ਬਣ ਜਾਂਦਾ ਹੈ, ਤਾਂ ਉਹ ਬਾਰ-ਬਾਰ ਜਦੋਂ ਕੋਈ ਚੀਜ਼ ਵਸਤੂ ਖਰੀਦਣੀ ਹੁੰਦੀ ਹੈ ਤਾਂ ਉਸੇ ਦੁਕਾਨ ਤੇ ਜਾਂਦਾ ਹੈ, ਕਿਸੇ ਹੋਰ ਦੁਕਾਨ ਤੇ ਨਹੀਂ ਜਾਂਦਾ। ਉਸ ਨੂੰ ਅਸੀਂ ਵਫਾਦਾਰ ਗਾਹਕ ਵੀ ਆਖ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਰਿਟੇਲ ਸੈਲਿੰਗ ਮੈਥਡ। ਰਿਟੇਲ ਕੀ ਹੁੰਦੀ ਹੈ? ਰਿਟੇਲ ਹੁੰਦੀ ਹੈ ਪਰਚੂਨ, ਸੈਲਿੰਗ ਵਸਤੂ ਵੇਚਣ ਦੀ ਪ੍ਰਕਿਰਿਆ ਦੇ ਤਰੀਕੇ। ਡਾਇਰੈਕਟ ਸੇਲਸ, ਸਭ ਤੋਂ ਪਹਿਲਾ ਹੈ ਡਾਇਰੈਕਟ ਸੇਲਸ। ਇਟ ਰੈਫਰਸ ਟੂ ਦਾ ਡਾਇਰੈਕਟ ਪਰਸਨਲ ਡੈਮੋਸਟ੍ਰੇਸ਼ਨ ਐਂਡ ਸੇਲ ਆਫ ਪ੍ਰੋਡਕਟ ਐਂਡ ਸਰਵਿਸਿਜ਼ ਟੂ ਦਾ ਕੰਜ਼ਿਊਮਰ। ਇਸ ਵਿੱਚ ਇੱਕ ਗਾਹਕ ਇੱਕ ਵਸਤੂ ਜੋ ਖਰੀਦਦਾ ਹੈ ਤਾਂ ਉਸ ਦੇ ਸਾਹਮਣੇ ਸੇਲਸ ਪਰਸਨ ਉਸ ਵਸਤੂ ਨੂੰ ਪਹਿਲਾਂ ਡੈਮੋਸਟ੍ਰੇਟ ਕਰਦਾ ਹੈ, ਵਸਤੂ ਕਿੱਦਾਂ ਯੂਜ਼ ਕਰਨੀ ਹੈ ਤੇ ਇਸ ਦੇ ਕਿਹੜੇ-ਕਿਹੜੇ ਤਰੀਕੇ ਹਨ ਯੂਜ਼ ਕਰਨ ਦੇ। ਇਹ ਸਾਰੇ ਤਰੀਕਿਆਂ ਨੂੰ ਅਸੀਂ ਕਹਿੰਦੇ ਹਾਂ ਡਾਇਰੈਕਟ ਸੇਲਸ। ਜਦੋਂ ਕਿਸੇ ਵਸਤੂ ਨੂੰ ਡੈਮੋਨਸਟ੍ਰੇਟ ਕਰਕੇ ਵੇਚਿਆ ਜਾਂਦਾ ਹੈ ਤਾਂ ਉਹ ਹੁੰਦੀ ਹੈ ਡਾਇਰੈਕਟ ਸੇਲ। ਇਸ ਦੇ ਦੋ ਬਿਜ਼ਨਸ ਮਾਡਲ ਹਨ, ਕਿਹੜੇ-ਕਿਹੜੇ? ਸਿੰਗਲ ਮਾਡਲ, ਸਿੰਗਲ ਲੈਵਲ ਐਂਡ ਮਲਟੀ ਲੈਵਲ ਮਾਰਕੀਟਿੰਗ। ਸੈਕੰਡ ਹੈ ਸਾਡਾ ਪਰਫਾਰਮਾ ਸੇਲ। The term performa is used to describe a document that provides as a courtesy or satisfy minimum requirement, conforms to a norm or decision, tend to perform as a formality। ਇਸ ਦਾ ਮਤਲਬ ਹੈ ਗਾਹਕ ਦੇ ਸਾਹਮਣੇ ਇੱਕ ਡਾਕੂਮੈਂਟ ਪੇਸ਼ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਉਸ ਦੀ ਮਿਨੀਮਮ ਰਿਕੁਆਇਰਮੈਂਟ ਪੂਰੀ ਕੀਤੀ ਜਾਂਦੀ ਹੈ ਕਰਟਸੀ ਦੇ ਤੌਰ ਤੇ, ਅਤੇ ਇਸ ਪੂਰੀ ਪ੍ਰਕਿਰਿਆ ਨੂੰ ਅਸੀਂ ਕਹਿੰਦੇ ਹਾਂ ਪਰਫਾਰਮਾ ਸੇਲਸ। ਨੈਕਸਟ ਆ ਗਿਆ ਸਾਡਾ ਏਜੰਸੀ ਬੇਸਡ। ਏਜੰਸੀ ਬੇਸਡ ਕੀ ਹੁੰਦਾ ਹੈ? It is a contractual agreement in which the agent has the right to negotiate on the sale of principal goods and services। ਉਤਪਾਦਕ ਦੇ ਤੌਰ ਤੇ ਜਦੋਂ ਕਿਸੇ ਉਤਪਾਦਕ ਨੇ ਆਪਣੀ ਵਸਤੂ ਵੇਚਣੀ ਹੁੰਦੀ ਹੈ ਤਾਂ ਉਹ ਕਿਸੇ ਏਜੰਟ ਨੂੰ ਲੱਭਦਾ ਹੈ। ਉਹ ਏਜੰਟ ਫਿਰ ਉਸ ਉਤਪਾਦਕ ਦੇ ਨਾਲ ਇੱਕ ਰੇਸ਼ੋ ਨੂੰ ਲੈ ਕੇ, ਉਸ ਪ੍ਰਾਈਸ ਨੂੰ ਲੈ ਕੇ ਨੈਗੋਸ਼ੀਏਟ ਕਰਦਾ ਹੈ, ਇੰਨਾ ਹਿੱਸਾ ਤੁਹਾਡਾ, ਇੰਨਾ ਹਿੱਸਾ ਮੇਰਾ। ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਏਜੰਸੀ ਬੇਸਡ ਸੇਲਸ। ਇਸ ਦੇ ਵਿੱਚ ਦੋਨੇ ਵਸਤੂਆਂ ਵੇਚੀਆਂ ਜਾਂਦੀਆਂ ਹਨ, ਗੁਡਸ ਵੀ ਵੇਚੇ ਜਾਂਦੇ ਹਨ, ਵਸਤੂਆਂ ਵੀ ਅਤੇ ਸੇਵਾਵਾਂ ਵੀ। ਹੁਣ ਇਹਦੇ ਕਿਹੜੇ-ਕਿਹੜੇ ਤਰ੍ਹਾਂ ਦੇ ਏਜੰਸੀ ਬੇਸਡ ਸੇਲਸ ਪਰਸਨ ਹੁੰਦੇ ਆ? ਸਭ ਤੋਂ ਪਹਿਲਾਂ ਸੇਲਸ ਏਜੰਟ। ਸੇਲਸ ਏਜੰਟ ਉਹ ਹੁੰਦੇ ਹਨ ਜੋ ਵਸਤੂਆਂ ਨੂੰ ਵੇਚਦੇ ਹਨ, ਉਤਪਾਦਕ ਤੋਂ ਲੈ ਕੇ ਉਹਨਾਂ ਨੇ ਵਸਤੂਆਂ ਕਸਟਮਰ ਨੂੰ ਵੇਚਣੀਆਂ ਅਤੇ ਜਿੰਨਾ ਉਹਨਾਂ ਦਾ ਮਾਰਜਨ ਹੋਇਆ ਉਹ ਪ੍ਰੋਫਿਟ ਹੋਏਗਾ। ਇਸ ਦੇ ਵਿੱਚ ਉਹ ਵਸਤੂਆਂ ਇਕੱਠੀਆਂ ਹੀ ਉਤਪਾਦਕ ਕੋਲੋਂ ਖਰੀਦ ਲੈਂਦੇ ਹਨ ਅਤੇ ਉਹਨਾਂ ਵਸਤੂਆਂ ਨੂੰ ਫਿਰ ਕਸਟਮਰ ਨੂੰ ਵੇਚ ਦਿੰਦੇ ਹਨ। ਜਦੋਂ ਉਹ ਵਸਤੂਆਂ ਉਤਪਾਦਕ ਕੋਲੋਂ ਖਰੀਦਦੇ ਹਨ ਤਾਂ ਉਹਨਾਂ ਵਿੱਚ ਉਹਨਾਂ ਦਾ ਕੁਝ ਮਾਰਜਨ ਹੁੰਦਾ ਹੈ। ਮਤਲਬ ਕਿ ਜੇ ਉਹ ਵਸਤੂ ਦੇ MRP 100 ਰੁਪਏ ਲਿਖਿਆ ਹੋਇਆ ਤਾਂ ਉਹ ਉਤਪਾਦਕ ਕੋਲੋਂ 70 ਰੁਪਏ ਜਾਂ 60 ਰੁਪਏ ਤੇ ਖਰੀਦ ਕੇ ਬਾਕੀ ਆਪਣਾ ਮਾਰਜਨ ਰੱਖ ਕੇ ਵਸਤੂਆਂ ਨੂੰ ਵੇਚ ਦਿੰਦੇ ਹਨ। ਇੱਕ ਹੁੰਦੇ ਟ੍ਰਾਂਜੈਕਸ਼ਨ ਸੇਲਸ, ਕੰਸਾਈਨਮੈਂਟ ਸੇਲਸ, ਟੈਲੀਮਾਰਕੀਟਿੰਗ ਐਂਡ ਰਿਟੇਲ ਸੇਲਸ। ਇਹ ਸਾਰੀਆਂ ਜਿਹੜੇ ਏਜੰਟਸ ਆ ਉਹਨਾਂ ਦੀਆਂ ਟਾਈਪਸ ਹਨ। ਉਸ ਤੋਂ ਬਾਅਦ ਆ ਗਿਆ ਆਪਣਾ ਟਰੈਵਲਿੰਗ ਸੇਲਸ। They are representative of a firm who visit shops and other businesses to show samples and gain orders। ਇਹ ਉਹ ਵਿਅਕਤੀ ਹੁੰਦੇ ਹਨ ਜੋ ਅਲੱਗ-ਅਲੱਗ ਥਾਵਾਂ ਤੇ ਜਾ ਕੇ, ਅਲੱਗ-ਅਲੱਗ ਦੁਕਾਨ ਤੇ ਜਾ ਕੇ, ਅਲੱਗ-ਅਲੱਗ ਥਾਵਾਂ ਤੇ ਜਾ ਕੇ ਆਪਣੀਆਂ ਵਸਤੂਆਂ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਉਹਨਾਂ ਤੋਂ ਆਰਡਰ ਲੈਂਦੇ ਹਨ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਟਰੈਵਲਿੰਗ ਸੇਲਸਮੈਨ। ਮਤਲਬ ਕਿ ਇਹਨਾਂ ਦਾ ਕਿਸੇ ਏਰੀਏ ਦੇ ਵਿੱਚ ਇੱਕ ਆਫਿਸ ਹੁੰਦਾ ਹੈ, ਪਰ ਇਹ
ਆਪਣੇ ਆਪ ਨੂੰ ਘੁੰਮ ਕੇ ਵਸਤੂਆਂ ਵੇਚਦੇ ਹਨ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਟਰੈਵਲਿੰਗ ਸੇਲਸਮੈਨ। ਦੇ ਆਰ ਆਲਸੋ ਕਾਲਡ ਐਸ ਕਮਰਸ਼ੀਅਲ ਟਰੈਵਲਰ, ਡੋਰ ਟੂ ਡੋਰ ਸੇਲਸਮੈਨ ਔਰ ਹੌਕਰਸ। ਇਹ ਸਭ ਕਿਸਮਾਂ ਹਨ ਟਰੈਵਲਿੰਗ ਸੇਲਸਮੈਨ ਦੀਆਂ। ਇਸ ਤੋਂ ਬਾਅਦ ਹੈ ਸਾਡਾ auction sales. It is a public sale. Customer who are willing can participate in an auction. Goods are sold to the higher bidder. Auction money ਕੀ ਹੁੰਦਾ ਹੈ? Auction money ਇੱਕ public sale ਹੁੰਦੀ ਹੈ ਜਿਸ ਦੇ ਵਿੱਚ bad debt assets ਜਿਹੜੇ ਹੁੰਦੇ ਆ ਉਹਨਾਂ ਨੂੰ ਬੈਂਕਸ ਜਾਂ ਹੋਰ ਕੋਈ ਸੰਸਥਾ ਕੋਰਟ ਦੇ ਆਰਡਰ ਦੇ ਰਾਹੀਂ ਵੇਚਣ ਦੀ ਕੋਸ਼ਿਸ਼ ਕਰਦੀ ਹੈ, ਜਾਂ ਕੋਈ ਇੱਕ ਡਿਪਾਰਟਮੈਂਟ ਕੁਝ ਆਪਣੀਆਂ ਪੁਰਾਣੀਆਂ ਵਸਤੂਆਂ auction ਦੇ ਰਾਹੀਂ ਵੇਚਦੇ ਹਨ ਤਾਂ ਉਹਨਾਂ ਨੂੰ ਪਬਲਿਕ ਤੌਰ ਤੇ ਵੇਚਿਆ ਜਾਂਦਾ ਹੈ। ਉਹਨਾਂ ਵਿੱਚ ਇੱਕ auction ਲਗਾਈ ਜਾਂਦੀ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ auction ਜੋ ਵਿਅਕਤੀ ਉਸਦੀ ਲਗਾਉਂਦਾ ਹੈ ਉਸ ਨੂੰ ਉਹ ਵਸਤੂ ਵੇਚ ਦਿੱਤੀ ਜਾਂਦੀ ਹੈ। ਇਸ ਦੀ ਇੱਕ ਸਭ ਤੋਂ ਵੱਡੀ ਉਦਾਹਰਨ ਹੈ ਕਿਸੇ ਸਟੇਟ ਕਿਸੇ ਡਿਸਟ੍ਰਿਕਟ ਦੇ ਵਿੱਚ ਜਦੋਂ ਵਹੀਕਲ ਦੇ ਨੰਬਰ VIP ਨੰਬਰ ਵੇਚੇ ਜਾਂਦੇ ਹਨ ਤਾਂ ਉਹਨਾਂ ਨੂੰ auction ਦੇ ਰਾਹੀਂ ਵੇਚਿਆ ਜਾਂਦਾ ਹੈ ਅਤੇ ਖਰੀਦਦਾਰ ਉਸ ਦੀ ਕੀਮਤ ਦੇ ਕੇ ਉਹ ਨੰਬਰ परचेज कर सकता है। बिजनेस टू बिजनेस सेल्स, it refers to sales made by other businessmen rather than an individual customer। ਇਸ ਦਾ ਮਤਲਬ ਹੈ ਜਦੋਂ ਕੋਈ ਬਿਜ਼ਨਸਮੈਨ ਹੋਰ ਬਿਜ਼ਨਸਮੈਨ ਨੂੰ ਵਸਤੂਆਂ ਵੇਚਦਾ ਹੈ ਤਾਂ ਉਸ ਪ੍ਰਕਿਰਿਆ ਨੂੰ ਬਿਜ਼ਨਸ ਟੂ ਬਿਜ਼ਨਸ ਸੇਲਸ ਆਖਿਆ ਜਾਂਦਾ ਹੈ। ਇਸ ਵਿੱਚ ਵਸਤੂਆਂ ਲਾਸਟ ਕਸਟਮਰ ਨੂੰ ਨਹੀਂ ਵੇਚੀਆਂ ਜਾਂਦੀਆਂ। ਲਾਸਟ ਕਸਟਮਰ ਕੌਣ ਹੁੰਦਾ ਹੈ? ਜੋ ਕੰਜ਼ਿਊਮਰ ਹੁੰਦਾ ਹੈ। मतलब अंतिम गाहक कौन ਹੁੰਦਾ ਹੈ? अंतिम गाहक ਹੁੰਦਾ ਹੈ ਖਪਤਕਾਰ। ਇਸ ਵਿੱਚ ਅੰਤਿਮ ਗਾਹਕ ਨੂੰ ਵਸਤੂਆਂ ਨਹੀਂ ਵੇਚੀਆਂ ਜਾਂਦੀਆਂ, ਇਸ ਵਿੱਚ ਬਿਜ਼ਨਸ ਟੂ ਬਿਜ਼ਨਸ ਵਸਤੂਆਂ ਹੀ ਵੇਚੀਆਂ ਜਾਂਦੀਆਂ ਹਨ। ਇਲੈਕਟ੍ਰੋਨਿਕ ਬੇਸਡ ਸੇਲਸ, ਇਟ ਇਜ਼ ਅ ਵੈਬ ਬੇਸਡ ਸੇਲਸ, ਇਟ ਇਨਕਲੂਡਸ ਬੋਥ ਬਿਜ਼ਨਸ ਟੂ ਬਿਜ਼ਨਸ ਐਂਡ ਬਿਜ਼ਨਸ ਟੂ ਕੰਜ਼ਿਊਮਰ ਸੇਲਸ। ਇਹ ਇੱਕ ਇੰਟਰਨੈਟ ਆਧਾਰਿਤ ਸੇਲਸ ਹੁੰਦੀ ਹੈ ਜਿਸ ਵਿੱਚ ਵਸਤੂਆਂ ਬਿਜ਼ਨਸ ਟੂ ਬਿਜ਼ਨਸ ਵੀ ਵੇਚੀਆਂ ਜਾਂਦੀਆਂ ਹਨ, ਬਿਜ਼ਨਸ ਟੂ ਲਾਸਟ ਕਸਟਮਰ और कंज्यूमर भी वस्तुआं बेचीਆਂ ਜਾਂਦੀਆਂ ਹਨ। ਇਸ ਦੀ ਇੱਕ ਐਗਜ਼ਾਮਪਲ ਲੈ ਕੇ ਚੱਲੀਏ ਤਾਂ Amazon ਨੂੰ ਅਸੀਂ ਬਿਜ਼ਨਸ ਟੂ ਬਿਜ਼ਨਸ ਸੇਲ ਵੀ ਖਰੀਦ ਸਕਦੇ ਹਾਂ ਅਤੇ ਬਿਜ਼ਨਸ ਟੂ ਕੰਜ਼ਿਊਮਰ ਵੀ ਵਸਤੂਆਂ ਵੇਚੀਆਂ ਜਾਂਦੀਆਂ ਹਨ। ਬਿਜ਼ਨਸ ਟੂ ਬਿਜ਼ਨਸ ਉਸ ਵਿੱਚ ਵਸਤੂਆਂ ਖਰੀਦਣ ਦੇ ਲਈ ਕਿਸੇ ਵੀ ਇੱਕ ਵਿਅਕਤੀ ਨੂੰ ਆਪਣਾ GST ਨੰਬਰ ਫਿਲ ਕਰਨਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹ ਬਿਜ਼ਨਸ ਟੂ ਬਿਜ਼ਨਸ ਵਸਤੂਆਂ Amazon ਤੋਂ ਖਰੀਦ ਸਕਦਾ ਹੈ। ਇਸੇ ਤਰ੍ਹਾਂ ਜੇ ਤੁਸੀਂ GST ਨੰਬਰ ਨਹੀਂ ਪ੍ਰੋਵਾਈਡ ਕਰਦੇ ਤਾਂ ਬਿਜ਼ਨਸ ਟੂ ਕਸਟਮਰ ਵਸਤੂਆਂ ਵੀ ਖਰੀਦੀਆਂ ਜਾ ਸਕਦੀਆਂ ਹਨ Amazon ਤੋਂ। ਇਨਡਾਇਰੈਕਟ ਸੇਲਸ, ਇਨਡਾਇਰੈਕਟ ਸੇਲਸ ਆਰ ਦਾ ਸੇਲ ਆਫ ਗੁੱਡਸ ਔਰ ਸਰਵਿਸਿਜ਼ ਬਾਈ ਏ ਥਰਡ ਪਾਰਟੀ। ਇਸ ਵਿੱਚ ਕਿਸੇ ਥਰਡ ਪਾਰਟੀ ਦੇ ਰਾਹੀਂ ਵਸਤੂਆਂ ਵੇਚੀਆਂ ਜਾਂਦੀਆਂ ਹਨ। ਨਾ ਉਸ ਵਿੱਚ ਰਿਟੇਲਰ ਯੂਜ਼ ਕੀਤਾ ਜਾਂਦਾ ਹੈ ਅਤੇ ਨਾ ਹੀ ਉਸ ਵਿੱਚ ਯੂਜ਼ ਕੀਤਾ ਜਾਂਦਾ ਹੈ ਇੰਡਸਟਰੀ। ਇਹ ਐਜ਼ ਏ ਪਾਰਟਨਰ ਜਾਂ ਐਫੀਲੀਏਟਡ ਮਾਰਕੀਟਿੰਗ ਦੇ ਰਾਹੀਂ ਵਸਤੂਆਂ ਵੇਚੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਹੈ ਸਾਡਾ ਨੀਡ ਫॉर ਅਰੇਂਜਿੰਗ ਪ੍ਰੋਡਕਟਸ। ਪ੍ਰੋਡਕਟ ਅਰੇਂਜਮੈਂਟ ਇਨ ਏ ਰੀਸਟੋਰ ਇਜ਼ ਏ ਕ੍ਰਿਟੀਕਲ ਐਲੀਮੈਂਟ ਫॉर ਇਟਸ ਸਕਸੈਸ। ਕਿਸੇ ਵੀ ਰਿਟੇਲ ਸਟੋਰ ਦੀ ਸਫਲਤਾ ਦੇ ਲਈ ਉਸ ਦੀਆਂ ਵਸਤੂਆਂ ਨੂੰ ਅਰੇਂਜ ਕਰਨਾ ਇੱਕ ਬਹੁਤ ਮਹੱਤਵਪੂਰਨ ਤੱਤ ਹੈ। ਰਿਪੀਟ ਕਸਟਮਰਸ ਇਸ ਦਾ ਸਭ ਤੋਂ ਪਹਿਲਾ ਰੀਅਰੇਂਜਮੈਂਟ ਦੇ ਵਿੱਚ ਹੈ। ਇਸ ਦੇ ਕਾਰਨ ਹੀ ਵਸਤੂਆਂ ਨੂੰ ਰੀਅਰੇਂਜ ਕੀਤਾ ਜਾਂਦਾ ਹੈ। ਰਿਪੀਟ ਕਸਟਮਰਸ ਕੌਣ ਹੁੰਦੇ ਆ? ਰਿਪੀਟ ਕਸਟਮਰ ਨੂੰ ਅਸੀਂ ਵਫਾਦਾਰ ਗਾਹਕ ਵੀ ਆਖ ਸਕਦੇ ਹਾਂ ਜਿਹੜੇ ਵਾਰ-ਵਾਰ ਰੀਟੇਲ ਸਟੋਰ ਤੇ ਆ ਕੇ ਵਸਤੂਆਂ ਨੂੰ ਖਰੀਦਦੇ ਹਨ। The basic reason for companies to rearrange product is to give their store a fresh look। ਜਦੋਂ ਵਸਤੂਆਂ ਨੂੰ ਰੀਅਰੇਂਜ ਕੀਤਾ ਜਾਂਦਾ ਹੈ ਤਾਂ ਗਾਹਕ ਉਹਨਾਂ ਨੂੰ ਆ ਕੇ ਨਵੀਂ ਫਰੈਸ਼ ਲੁੱਕ ਮਿਲਦੀ ਹੈ ਅਤੇ ਬਾਰ-ਬਾਰ ਗਾਹਕ ਉੱਥੇ ਆਉਣਾ ਪਸੰਦ ਕਰਦਾ ਹੈ। ਇਸ ਦੇ ਨਾਲ ਕੀ ਹੁੰਦਾ ਹੈ? ਰੀਅਰੇਂਜਮੈਂਟ ਆਫ ਪ੍ਰੋਡਕਟ ਡਿਸਪਲੇਸ ਮੋਰ ਪ੍ਰੋਡਕਟ ਟੂ ਕਸਟਮਰ। ਜਦੋਂ ਵਸਤੂਆਂ ਨੂੰ ਗਾਹਕ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਬਾਰ-ਬਾਰ ਉਸੇ ਥਾਂ ਤੇ ਜਾਂਦਾ ਹੈ ਅਤੇ ਜਦੋਂ ਵਸਤੂਆਂ ਨੂੰ ਉਹਨਾਂ ਥਾਂ ਤੇ ਰੀਅਰੇਂਜ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਨਵੀਆਂ ਵਸਤੂਆਂ ਉੱਥੇ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਕੀ ਹੁੰਦਾ ਹੈ? ਇੱਕ ਰੀਟੇਲ ਸਟੋਰ ਉਹ ਵਸਤੂਆਂ ਨੂੰ ਜ਼ਿਆਦਾ ਪ੍ਰਦਰਸ਼ਿਤ ਕਰ ਸਕਦਾ ਹੈ ਅਤੇ ਉਹ ਆਪਣੀ ਸੇਲ ਵਿੱਚ ਇਜ਼ਾਫਾ ਕਰ ਸਕਦਾ ਹੈ। ਇਸ ਤੋਂ ਬਾਅਦ ਹੈ ਸਾਡਾ ਸੇਲਸ ਪ੍ਰਮੋਸ਼ਨ। ਰਿਟੇਲ ਸਟੋਰ ਆਪਣੀਆਂ ਵਸਤੂਆਂ ਨੂੰ ਪ੍ਰਮੋਸ਼ਨ ਕਰਨ ਦੇ ਲਈ ਵੀ ਗਾਹਕਾਂ ਨੂੰ ਰੀਅਰੇਂਜ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਦੇ ਨਾਲ ਕੀ ਹੁੰਦਾ ਹੈ? ਉਹ ਵਸਤੂਆਂ ਨੂੰ ਜਦੋਂ ਰੀਅਰੇਂਜ ਕਰਦਾ ਹੈ ਤਾਂ ਜਿਹੜੀਆਂ ਵਸਤੂਆਂ ਦੀ ਉਸਨੇ ਪ੍ਰਮੋਸ਼ਨ ਕਰਨੀ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਦਰਵਾਜ਼ੇ ਜਾਂ ਡੋਰ ਦੇ ਕੋਲ ਲਗਾ ਦਿੰਦਾ ਹੈ, ਜਿਸ ਦੇ ਨਾਲ ਗਾਹਕ ਬਾਰ-ਬਾਰ ਜਦੋਂ ਆਏਗਾ ਤਾਂ ਉਸ ਦੇ ਸਾਹਮਣੇ ਉਹ ਵਸਤੂ ਪਈ ਹੋਏਗੀ ਅਤੇ ਉਹ ਵਸਤੂਆਂ ਨੂੰ ਖਰੀਦ ਲਏਗਾ। ਨੈਕਸਟ ਆ ਗਿਆ ਸਾਡਾ ਬ੍ਰਾਂਡ ਇਮੇਜ।
ਕਿਸੇ ਵੀ ਬ੍ਰਾਂਡ ਦੀ ਇਮੇਜ ਨੂੰ ਕਸਟਮਰ ਦੇ ਵਿੱਚ ਬਿਠਾਉਣ ਦੇ ਲਈ, ਕਸਟਮਰ ਦੇ ਦਿਮਾਗ ਦੇ ਵਿੱਚ ਬਿਠਾਉਣ ਦੇ ਲਈ ਵੀ ਇਹ ਪ੍ਰਕਿਰਿਆ ਨੂੰ ਯੂਜ਼ ਕੀਤਾ ਜਾਂਦਾ ਹੈ। ਜਦੋਂ ਵਸਤੂਆਂ ਨੂੰ ਰੀਅਰੇਂਜ ਕਰਦਾ ਹੈ ਤਾਂ ਵਸਤੂਆਂ ਨੂੰ ਉਹਨਾਂ ਕਸਟਮਰ ਦੇ ਦਿਮਾਗ ਦੇ ਵਿੱਚ ਬਿਠਾਉਣ ਦੇ ਲਈ ਇੱਕ ਥਾਂ ਤੇ ਵਸਤੂਆਂ ਨੂੰ ਪ੍ਰਦਰਸ਼ਿਤ ਕਰ ਦਿੰਦਾ ਹੈ, ਜਿਸ ਨਾਲ ਵਸਤੂਆਂ ਦੇ ਜੋ ਬ੍ਰਾਂਡ ਹੈ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਬੈਠ ਜਾਂਦਾ ਹੈ ਅਤੇ ਉਸ ਨਾਲ ਉਸ ਬ੍ਰਾਂਡ ਦੀ ਸੇਲ ਦੇ ਵਿੱਚ ਇਜ਼ਾਫਾ ਜਾਂ ਵਾਧਾ ਹੋ ਜਾਂਦਾ ਹੈ। ਨੈਕਸਟ ਰੀਜ਼ਨ ਹੈ ਇਸਦਾ ਸੇਲਸ ਦੇ ਲਈ ਸੀਜ਼ਨਲ। ਨੈਕਸਟ ਰੀਜ਼ਨ ਹੈ ਇਸਦਾ ਸੀਜ਼ਨਲ ਦੇ ਵਿੱਚ ਜਦੋਂ ਇੱਕ ਗਾਹਕ ਸਟੋਰ ਦੇ ਵਿੱਚ ਆਉਂਦਾ ਹੈ ਉਹ ਆਪਣੇ ਸੀਜ਼ਨ ਦੇ ਹਿਸਾਬ ਦੇ ਨਾਲ ਹੀ ਵਸਤੂਆਂ ਖਰੀਦਣਾ ਪਸੰਦ ਕਰਦਾ ਹੈ। ਜੇ ਅੱਜ ਗਰਮੀ ਦਾ ਮੌਸਮ ਹੈ ਤਾਂ ਉਹ ਗਰਮੀ ਦੀਆਂ ਹੀ ਵਸਤੂਆਂ ਖਰੀਦੇਗਾ, ਨਾ ਕਿ ਉਹ ਸਰਦੀਆਂ ਦੀਆਂ, ਅਤੇ ਜਦੋਂ ਸਰਦੀ ਦਾ ਮੌਸਮ ਹੈ ਉਦੋਂ ਉਹ ਸਰਦੀਆਂ ਦੀਆਂ ਵਸਤੂਆਂ ਹੀ ਖਰੀਦਣਾ ਪਸੰਦ ਕਰੇਗਾ। ਇਸ ਤੋਂ ਬਾਅਦ ਹੈ ਸਾਡਾ ਪ੍ਰੋਸੀਜਰ ਫॉर ਅਰੇਂਜਿੰਗ ਦਾ ਪ੍ਰੋਡਕਟ ਨੂੰ ਅਰੇਂਜ ਕਰਨ ਦੇ ਲਈ ਕੀ ਪ੍ਰੋਸੀਜਰ ਹੈ। ਸਭ ਤੋਂ ਪਹਿਲਾਂ ਹੈ ਇਸ ਦਾ ਸਟ੍ਰੇਟ ਫਲੋਰ ਪਲਾਨ ਦੇ ਵਿੱਚ ਇੱਕ ਕਸਟਮਰ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਪਰਚੂਨਕਾਰ ਵਸਤੂਆਂ ਨੂੰ ਸਿੱਧੀ ਸਟ੍ਰੇਟ ਲਾਈਨ ਦੇ ਵਿੱਚ ਪ੍ਰਦਰਸ਼ਿਤ ਕਰ ਦਿੰਦਾ ਹੈ, ਜਿਸ ਦੇ ਨਾਲ ਉਸਦੇ ਜੋ ਖਰਚਾ ਹੈ ਉਹ ਘਟਦਾ ਹੈ ਅਤੇ ਇਹ ਸਭ ਤੋਂ ਸਸਤਾ ਤਰੀਕਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਉਹ ਵਸਤੂਆਂ ਨੂੰ ਅਰੇਂਜ ਕਰਨ ਦੇ ਨਾਲ ਜੋ ਗਾਹਕ ਹਨ ਉਹ ਉਹਨਾਂ ਨੂੰ ਆਰਾਮ ਨਾਲ ਸਿੱਧੀ ਲਾਈਨ 'ਚ ਆ ਕੇ ਵਸਤੂਆਂ ਖਰੀਦ ਸਕਦੇ ਹਨ ਅਤੇ ਉਹਨਾਂ ਨੂੰ ਉਹ ਪਰਚੂਨਕਾਰ ਉਹਨਾਂ ਵਸਤੂਆਂ ਨੂੰ ਵੇਚ ਸਕਦਾ ਹੈ। ਇਸ ਤੋਂ ਬਾਅਦ ਸਾਡਾ ਡਾਇਗਨਲ ਫਲੋਰ ਪਲਾਨ। This type of floor plan has more visibility for store staff and customer. ਇਸ ਦੇ ਨਾਲ ਸਟੋਰ ਸਟਾਫ ਅਤੇ ਕਸਟਮਰ ਇੱਕ ਥਾਂ ਤੇ ਖੜੇ ਹੋ ਕੇ ਜ਼ਿਆਦਾ ਵਸਤੂਆਂ ਨੂੰ ਦੇਖ ਸਕਦੇ ਹਨ ਅਤੇ ਇਸ ਦੇ ਲਈ ਜੋ ਸਪੇਸ ਯੂਜ਼ ਹੁੰਦੀ ਹੈ ਉਹ ਬਹੁਤ ਛੋਟੀ ਯੂਜ਼ ਹੁੰਦੀ ਹੈ। ਐਂਗੂਲਰ ਫਲੋਰ ਪਲਾਨ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਯੂਜ਼ ਹੁੰਦੀ ਹੈ ਅਤੇ ਇਹਦੇ ਵਿੱਚ ਹਾਈ ਵੈਲਿਊ ਅਤੇ ਹਾਈ ਐਂਡ ਰਿਟੇਲਰਸ ਹੀ ਵਸਤੂਆਂ ਨੂੰ ਖਰੀਦਦੇ ਅਤੇ ਵੇਚਦੇ ਹਨ। ਮਤਲਬ ਜਿਹੜਾ ਵਸਤੂਆਂ ਦਾ ਪ੍ਰਾਈਸ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਵਸਤੂਆਂ ਨੂੰ ਹੀ ਇਸ ਥਾਂ ਤੇ ਵੇਚਿਆ ਜਾਂਦਾ ਹੈ। Geometric floor plan. In this floor plan, a retailer uses racks and other fixtures to create different look to its plan. ਫਲੋਰ ਪਲਾਨ ਦੇ ਵਿੱਚ ਜੋ ਰਿਟੇਲਰ ਹੈ ਉਹ ਰੈਕਸ ਯੂਜ਼ ਕਰਦਾ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੇ ਮਟੀਰੀਅਲ ਯੂਜ਼ ਕਰਦਾ ਹੈ, ਜਿਸ ਦੇ ਨਾਲ ਉਹ ਆਪਣੇ ਸਟੋਰ ਨੂੰ ਇੱਕ ਵਧੀਆ ਲੁੱਕ ਦੇ ਸਕੇ। ਇਹ ਮੇਨ ਯੂਜ਼ ਹੁੰਦਾ ਹੈ ਕਾਸਮੈਟਿਕਸ ਦੇ ਵਿੱਚ ਅਤੇ ਵਾਚਸ ਦੇ ਪ੍ਰੋਡਕਟ ਦੇ ਵਿੱਚ ਇਹ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੈ ਸਾਡਾ ਆਈਡੈਂਟੀਫਾਈ ਪ੍ਰੋਡਕਟਸ ਰਿਸਪੌਂਸਿਬਲ ਫॉर ਸੇਲਸ। ਕਸਟਮਰ ਸਰਵਿਸਿਜ਼ ਐਸੋਸੀਏਟ ਇਨ ਏ ਰੀਟੇਲ ਸਟੋਰ ਆਰ ਰਿਸਪੌਂਸਿਬਲ ਫॉर ਆਈਡੈਂਟੀਫਾਈਂਗ ਦਾ ਪ੍ਰੋਡਕਟ ਦੈਟ ਆਰ ਟੂ ਬੀ ਸੋਲਡ। ਹੁਣ ਕਸਟਮਰ ਸੇਲਸ ਐਸੋਸੀਏਟ ਕੌਣ ਹੁੰਦੇ ਆ? ਜੋ ਵਸਤੂਆਂ ਨੂੰ ਵੇਚਦੇ ਹਨ ਅਤੇ ਉਹਨਾਂ ਨੂੰ ਵਸਤੂਆਂ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਸਤੂਆਂ ਕਿਹੜੀਆਂ ਵੇਚਣੀਆਂ ਹਨ ਅਤੇ ਕਿਸ ਤਰ੍ਹਾਂ ਵੇਚਣੀਆਂ ਹਨ। Here are few steps that help the CSA in identifying the product for sale. ਕੁਝ ਸਟੈਪਸ ਹਨ ਜਿਨ੍ਹਾਂ ਦੇ ਰਾਹੀਂ CSA ਵਸਤੂਆਂ ਨੂੰ ਵੇਚਣ ਦੀ ਪ੍ਰਕਿਰਿਆ ਨੂੰ ਜਾਣ ਪਛਾਣ ਸਕਦਾ ਹੈ। Full information about the retail store and product. ਉਹਨਾਂ ਨੂੰ ਰੀਟੇਲ ਸਟੋਰ ਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਅਤੇ ਵਸਤੂਆਂ ਦੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਵਸਤੂ ਕਿਸ ਸਟੋਰ ਦੇ ਵਿੱਚ ਕਿਸ ਰੈਕ ਦੇ ਵਿੱਚ ਲੱਗੀ ਹੋਈ ਹੈ ਤਾਂ ਕਿ ਉਹ ਗਾਹਕਾਂ ਨੂੰ ਸਹੂਲੀਅਤ ਦੇ ਸਕਣ। The CSA must follow the instructions given by the store manager. ਸਟੋਰ ਮੈਨੇਜਰ ਦੇ ਦੁਆਰਾ ਜੋ ਇਨਸਟਰਕਸ਼ਨਸ CSA ਨੂੰ ਦਿੱਤੀਆਂ ਜਾਂਦੀਆਂ ਹਨ ਉਹ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਜੇ ਉਹ ਫੋਲੋ ਨਹੀਂ ਕਰੇਗਾ ਤਾਂ ਉਸ ਦੇ ਲਈ ਮੁਸ਼ਕਿਲ ਹੋਏਗੀ ਵਸਤੂਆਂ ਨੂੰ ਲੱਭਣਾ। The store manager or supervisor allocate the product section to the CSA. ਹੁਣ CSA ਨੂੰ ਇੱਕ ਸੈਕਸ਼ਨ ਦੇ ਦਿੱਤਾ ਜਾਂਦਾ ਹੈ, ਜਿਵੇਂ ਕਿ ਕਲੋਥਸ ਦਾ ਸੈਕਸ਼ਨ ਹੋ ਗਿਆ ਜਾਂ ਮੈਨਸ ਸੈਕਸ਼ਨ ਹੋ ਗਿਆ। ਉਸ ਸੈਕਸ਼ਨ ਦੇ ਵਿੱਚ ਹੀ ਉਸਦੀ ਡਿਊਟੀ ਲੱਗੇਗੀ, ਹੋਰ ਕਿਸੇ ਸੈਕਸ਼ਨ ਦੇ ਵਿੱਚ ਉਸਦੀ ਡਿਊਟੀ ਨਹੀਂ ਲੱਗੇਗੀ। ਇਸ ਦੇ ਨਾਲ ਬੈਨੀਫਿਟ ਇਹ ਹੋਏਗਾ ਕਿ ਉਸ ਨੂੰ ਆਪਣੇ ਸੈਕਸ਼ਨ ਦੀ ਪੂਰੀ ਜਾਣਕਾਰੀ ਹੋਏਗੀ ਅਤੇ ਉਸ ਸੈਕਸ਼ਨ ਦੇ ਵਿੱਚ ਵਸਤੂਆਂ ਕਿਹੜੀਆਂ ਲੱਗੀਆਂ ਹਨ, ਕਿੱਥੇ ਲੱਗੀਆਂ ਹਨ, ਉਹਨਾਂ ਦਾ ਪ੍ਰਾਈਸ ਟੈਗ ਕੀ ਹੈ, ਇਸ ਸਭ ਦੇ ਬਾਰੇ ਉਸ ਨੂੰ ਪਤਾ ਹੋਏਗਾ। The CSA is responsible for its section ਅਤੇ ਉਹ ਹੀ ਇਸ ਸੈਕਸ਼ਨ ਦਾ ਪੂਰਾ ਰਿਸਪੌਂਸਿਬਲ ਹੁੰਦਾ ਹੈ ਜੋ ਵਸਤੂਆਂ ਉਸ ਦੁਆਰਾ ਵੇਚੀਆਂ ਜਾਂਦੀਆਂ ਹਨ ਉਸ ਦੇ ਸੈਕਸ਼ਨ ਦੇ ਵਿੱਚ। The CSA must have complete knowledge about the products ਅਤੇ ਉਸ ਨੂੰ ਉਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵਸਤੂਆਂ ਦੀ, ਜਿਸ ਨਾਲ ਕਿ ਵਸਤੂਆਂ ਉਸ ਨੂੰ ਵੇਚੀਆਂ ਜਾਣੀਆਂ ਹਨ ਅਤੇ ਆਪਣੇ ਸੈਕਸ਼ਨ ਦਾ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। 7th ਕਲਾਸ ਦੇ ਯੂਨਿਟ ਨੰਬਰ 3 ਸੈਸ਼ਨ 2 ਜਿਸ ਦਾ ਨਾਮ ਹੈ ਸੇਲਸ
ਪ੍ਰਮੋਸ਼ਨ ਐਕਟੀਵਿਟੀਜ਼। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਸੇਲ ਪ੍ਰਮੋਸ਼ਨ ਹੁੰਦੀ ਕੀ ਹੈ। Sales promotion is the fastest growing area of the marketing activities. It is major component of promotion which help the retailer in improving the sales and generate higher profits. ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਅੱਜ ਦੀ ਡੇਟ ਦੇ ਵਿੱਚ ਸੇਲਸ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਮਾਰਕੀਟਿੰਗ ਦਾ ਸਭ ਤੋਂ ਵੱਡਾ ਜ਼ਰੂਰੀ ਅੰਗ ਬਣ ਚੁੱਕੀ ਹੈ। ਹੁਣ ਇਹ ਅੰਗ ਕਿੱਦਾਂ ਬਣ ਚੁੱਕੀ ਹੈ? ਇਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਇੱਕ ਪ੍ਰੋਡਕਟ ਲਾਂਚ ਹੁੰਦਾ ਹੈ ਜਾਂ ਜੋ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਚੁੱਕੇ ਹਨ, ਐਗਜ਼ਿਸਟ ਕਰ ਰਹੇ ਹਨ, ਉਹਨਾਂ ਸਭ ਨੂੰ ਆਪਣੀ ਹੋਂਦ ਬਣਾਉਣ ਦੇ ਲਈ ਕਸਟਮਰ ਤੱਕ ਆਪਣੀ ਪਹੁੰਚ ਕਰਨੀ ਪੈਂਦੀ ਹੈ। ਉਹਨਾਂ ਨੂੰ ਦੱਸਣਾ ਪੈਂਦਾ ਹੈ ਸਾਡਾ ਪ੍ਰੋਡਕਟ ਇਹ ਵਾਲਾ ਹੈ ਤੇ ਇਸ ਦਾ ਕੰਮ ਇਸ ਤਰ੍ਹਾਂ ਹੁੰਦਾ ਹੈ ਤੇ ਇਹ ਕੀ ਕੰਮ ਕਰਦਾ ਹੈ। ਇਹ ਸਾਰੇ ਕੰਮ ਨੂੰ ਕਸਟਮਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੇਲਸ ਪ੍ਰਮੋਸ਼ਨ ਕਿਹਾ ਜਾਂਦਾ ਹੈ। ਹੁਣ ਰਿਟੇਲਰ ਜਿਹੜੇ ਹੁੰਦੇ ਆ ਉਹ ਕੀ ਕਰਦੇ ਆ? ਆਪਣੀ ਸੇਲ ਵਧਾਉਣ ਦੇ ਲਈ ਇਹ ਚੀਜ਼ਾਂ ਨੂੰ ਯੂਜ਼ ਕਰਦੇ ਆ ਤੇ ਉਹਨਾਂ ਨਾਲ ਕੀ ਹੁੰਦਾ? ਉਹਨਾਂ ਦੀ ਸੇਲ ਵੱਧਦੀ ਹੈ। ਸੇਲ ਵਧਣ ਦੇ ਨਾਲ ਕੀ ਹੁੰਦਾ? ਉਹਨਾਂ ਦਾ ਪ੍ਰੋਫਿਟ ਦੇ ਵਿੱਚ ਵਾਧਾ ਹੁੰਦਾ ਹੈ। ਪ੍ਰਮੋਸ਼ਨ ਇਜ਼ ਲਾਈਕ ਕਮਿਊਨੀਕੇਸ਼ਨ ਵਿਦ ਐਨ ਆਡੀਅੰਸ ਥਰੂ ਏ ਵੈਰਾਈਟੀ ਆਫ ਨੌਨ ਪਰਸਨਲ ਐਂਡ ਨੌਨ ਮੀਡੀਆ ਚੈਨਲ। ਹੁਣ ਨੌਨ ਪਰਸਨਲ ਤੇ ਨੌਨ ਮੀਡੀਆ ਚੈਨਲ ਦੇ ਥਰੂ ਇੱਕ ਕਮਿਊਨੀਕੇਟ ਪ੍ਰੋਸੈਸ ਹੁੰਦਾ ਜਿਹਦੇ ਨਾਲ ਪ੍ਰਮੋਸ਼ਨ ਕੀਤੀ ਜਾਂਦੀ ਹੈ ਕਿਸੇ ਵੀ ਵਸਤੂ ਦੀ ਜਾਂ ਕਿਸੇ ਵੀ ਸਰਵਿਸ ਦੀ। ਇਹ ਹੋ ਗਈ ਸੇਲਸ ਪ੍ਰਮੋਸ਼ਨ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਆਬਜੈਕਟਿਵਸ ਕੀ ਹਨ ਸੇਲਸ ਪ੍ਰਮੋਸ਼ਨ ਦੇ। ਚਲੋ ਦੇਖਦੇ ਹਾਂ। ਸੇਲਸ ਪ੍ਰਮੋਸ਼ਨ ਥੋੜੇ ਸਮੇਂ ਦੇ ਲਈ ਆਪਣੀ ਸੇਲ ਵਧਾਉਣ ਦਾ ਇੱਕ ਤਰੀਕਾ ਹੁੰਦਾ ਹੈ। ਜਿੱਦਾਂ ਕਿ ਅਸੀਂ ਅੱਜ ਆਪਣੀ ਸੇਲਸ ਪ੍ਰਮੋਸ਼ਨ ਕਰ ਰਹੇ ਹਾਂ ਤੇ ਇਹ 1-2 ਦਿਨ ਜਾਂ 1 ਹਫ਼ਤੇ ਤੱਕ ਜ਼ਿਆਦਾ ਕਸਟਮਰ ਦੇ ਮਾਈਂਡ ਦੇ ਵਿੱਚ ਰਹੇਗੀ। ਉਸ ਤੋਂ ਬਾਅਦ ਇਹ ਸੇਲਸ ਪ੍ਰਮੋਸ਼ਨ ਕੋਈ ਹੋਰ ਪ੍ਰੋਡਕਟ ਆ ਕੇ ਲੈ ਲੇਗਾ ਜੇ ਅਸੀਂ ਪ੍ਰੋਡਕਟ ਦੀ ਆਪਣੇ ਸੇਲਸ ਪ੍ਰਮੋਸ਼ਨ ਨਹੀਂ ਕਰਾਂਗੇ ਤਾਂ ਫਿਰ। ਉਸ ਤੋਂ ਬਾਅਦ ਕੀ ਹੋਏਗਾ? ਇਸ ਦੇ ਲਈ ਆਬਜੈਕਟਿਵ ਜਿਹੜੇ ਮੇਨ ਲਏ ਜਾਂਦੇ ਉਹ ਕਿਹੜੇ ਹਨ? ਡਿਟੇਲ ਇਨਫੋਰਮੇਸ਼ਨ ਅਬਾਊਟ ਏ ਪ੍ਰੋਡਕਟ। ਸੇਲਸ ਪ੍ਰਮੋਸ਼ਨ ਦਾ ਸਭ ਤੋਂ ਵੱਡਾ ਆਬਜੈਕਟਿਵ ਹੋਣਾ ਚਾਹੀਦਾ ਜਦੋਂ ਕਸਟਮਰ ਸੇਲਸ ਐਗਜ਼ੀਕਿਊਟਿਵ ਕੋਲ ਪਹੁੰਚੇ ਤਾਂ ਉਸ ਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡਾ ਪ੍ਰੋਡਕਟ ਕਿਹੜਾ ਹੈ ਅਤੇ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ। ਇਹ ਸਾਰੀ ਇਨਫੋਰਮੇਸ਼ਨ ਇੱਕ ਸੇਲਸ ਐਗਜ਼ੀਕਿਊਟਿਵ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆ ਗਿਆ ਇਨਕਰੀਜ਼ ਦਾ ਪ੍ਰੋਡਕਟ ਟ੍ਰਾਇਲ ਟੂ ਕਸਟਮਰ ਸੈਟਿਸਫੈਕਸ਼ਨ। ਜਿੰਨਾ ਅਸੀਂ ਆਪਣੇ ਪ੍ਰੋਡਕਟ ਦਾ ਟ੍ਰਾਇਲ ਕਸਟਮਰ ਦੇ ਸਾਹਮਣੇ ਕਰਾਂਗੇ ਉਨੀ ਹੀ ਪ੍ਰੋਡਕਟ ਦੀ ਨੌਲੇਜ ਕਸਟਮਰ ਨੂੰ ਵਧੇਗੀ ਤੇ ਕਸਟਮਰ ਉਸ ਨੂੰ ਲੈ ਕੇ ਸੈਟਿਸਫਾਈ ਹੋਏਗਾ। ਥਰਡ ਹੈ ਸਾਡਾ ਇਨਕਰੇਜ ਰੀਪਰਚੇਜ਼ ਆਫ ਗੁੱਡਸ। ਇਸ ਦੇ ਨਾਲ ਕੀ ਹੁੰਦਾ? ਅਸੀਂ ਆਪਣੇ ਪ੍ਰੋਡਕਟ ਜਿਹੜੇ ਹੈ ਉਹ ਵਿਕ ਗਿਆ, ਉਸ ਤੋਂ ਬਾਅਦ ਕਸਟਮਰ ਨੂੰ ਉਸ ਪ੍ਰੋਡਕਟ ਦੀ ਫਿਰ ਜ਼ਰੂਰਤ ਪਈ। ਅਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਆ ਉਹ ਕਿਸੇ ਹੋਰ ਬ੍ਰਾਂਡ ਵੱਲ ਨਾ ਜਾਏ, ਸਾਡੇ ਤੋਂ ਆ ਕੇ ਸਾਡਾ ਹੀ ਬ੍ਰਾਂਡ ਪਰਚੇਜ਼ ਕਰੇ। ਇਸ ਦੇ ਲਈ ਵੀ ਸਾਨੂੰ ਬਾਰ-ਬਾਰ ਆਪਣੀ ਸੇਲਸ ਪ੍ਰਮੋਸ਼ਨ ਕਰਨੀ ਪੈਂਦੀ ਹੈ ਕਸਟਮਰ ਨੂੰ ਆਪਣੇ ਪ੍ਰੋਡਕਟ ਵੱਲ ਅਟਰੈਕਟ ਕਰਨ ਦੇ ਲਈ। ਡਿਵੈਲਪ ਲਾਇਲਟੀ ਇਨ ਕਸਟਮਰਸ ਮਾਈਂਡ। ਕਸਟਮਰ ਦੇ ਮਾਈਂਡ ਦੇ ਵਿੱਚ ਅਸੀਂ ਇੱਕ ਲਾਇਲਟੀ ਪੈਦਾ ਕਰਨੀ ਕਿ ਅਸੀਂ ਜਿਹੜਾ ਸਾਡਾ ਪ੍ਰੋਡਕਟ ਹੈ ਇਹ ਬਿਲਕੁਲ ਲਾਇਲ ਆ ਤੇ ਇਹ ਤੁਹਾਡੀ ਸੈਟਿਸਫੈਕਸ਼ਨ ਹੈ ਜੋ ਤੁਹਾਡੀ ਜ਼ਰੂਰਤ ਹੈ ਉਸ ਨੂੰ ਪੂਰਾ ਕਰਦਾ ਹੈ। ਇਸ ਦੇ ਲਈ ਵੀ ਸੇਲਸ ਪ੍ਰਮੋਸ਼ਨ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆ ਗਿਆ ਸਾਡਾ ਸੇਲਸ ਪ੍ਰਮੋਸ਼ਨ ਦੀਆਂ ਟੈਕਨੀਕਸ ਕਿਹੜੀਆਂ ਹਨ, ਕਿਹੜੇ ਤਰੀਕਿਆਂ ਨਾਲ ਸੇਲਸ ਪ੍ਰਮੋਸ਼ਨ ਕੀਤੀ ਜਾਂਦੀ ਹੈ। ਸੇਲਸ ਪ੍ਰਮੋਸ਼ਨ 2 ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਇੱਕ ਵੈਂਡਰ ਦੇ ਐਂਡ ਤੋਂ, ਇੱਕ ਰਿਟੇਲਰ ਦੇ ਐਂਡ ਤੋਂ। ਵੈਂਡਰ ਕੌਣ ਹੁੰਦਾ? ਵੈਂਡਰ ਹੁੰਦਾ ਪ੍ਰੋਡਿਊਸਰ ਜਿਹੜਾ ਮਾਲ ਨੂੰ ਪ੍ਰੋਡਕਟ ਨੂੰ ਬਣਾਉਂਦਾ, ਉਸ ਨੂੰ ਕੌਣ ਹੁੰਦਾ? ਉਹ ਹੁੰਦਾ ਵੈਂਡਰ। ਤੇ ਰਿਟੇਲਰ ਜਿਸ ਕੋਲ ਪਰਚੂਨ ਦੀ ਦੁਕਾਨ ਹੈ ਤੇ ਪਰਚੂਨ ਦਾ ਸਮਾਨ ਵੇਚਦਾ ਹੈ ਤੇ ਉਹ ਉਸ ਪ੍ਰੋਡਕਟ ਨੂੰ ਪ੍ਰਮੋਟ ਕਰ ਰਿਹਾ ਹੈ। ਜੇ ਅਸੀਂ ਵੈਂਡਰ ਦੀ ਗੱਲ ਕਰੀਏ ਤਾਂ ਵੈਂਡਰ ਨੇ ਅੱਗੇ ਇਸ ਨੂੰ 5 ਤਰ੍ਹਾਂ ਸੇਲਸ ਪ੍ਰਮੋਸ਼ਨ ਕਰਦਾ ਹੈ ਤੇ ਰਿਟੇਲਰ ਇਹਨਾਂ ਨੂੰ 2 ਤਰੀਕਿਆਂ ਨਾਲ ਇਹਨਾਂ ਦੀ ਸੇਲਸ ਪ੍ਰਮੋਟ ਕਰਦਾ ਹੈ। ਵੈਂਡਰ ਓਰੀਜਨੇਟਡ ਜਿਹੜੇ ਹੁੰਦੇ ਆ ਉਹ ਕਿਹੜੇ ਹੁੰਦੇ ਆ? ਆਓ ਚੈੱਕ ਕਰੀਏ। Vendor originated sales promotion techniques are classified in store activities, point of display, trade incentives, direct promotion to customers and pack design. ਇਹ 5 ਤਰੀਕੇ ਹਨ ਜਿਨ੍ਹਾਂ ਨਾਲ ਇੱਕ ਵੈਂਡਰ ਜਾਂ ਇੱਕ ਪ੍ਰੋਡਿਊਸਰ ਪ੍ਰੋਡਕਟ ਨੂੰ ਪ੍ਰਮੋਟ ਕਰਦਾ ਹੈ, ਉਸਦੀ ਪ੍ਰਮੋਸ਼ਨ ਕਰਦਾ ਹੈ। ਸਭ ਤੋਂ ਪਹਿਲਾਂ ਆ ਗਿਆ ਇਨ ਸਟੋਰ ਐਕਟੀਵਿਟੀਜ਼ ਕਿਹੜੀਆਂ ਹਨ? ਇਨ ਸਟੋਰ ਐਕਟੀਵਿਟੀਜ਼ to give cash or kind benefit to customers like small gifts, sampling, coupons, buy one get one free and multi-pack. ਹੁਣ ਇਨ ਸਟੋਰ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ? ਇਹ ਉਹ ਐਕਟੀਵਿਟੀ ਹੁੰਦੀਆਂ ਜਿਨ੍ਹਾਂ ਵਿੱਚ ਕਿਸੇ ਕਸਟਮਰ ਨੂੰ ਕੈਸ਼ ਦਿੱਤਾ ਜਾਂਦਾ ਜਾਂ ਕੈਸ਼ ਦੇ ਰਿਲੇਟਡ ਕੋਈ ਇਦਾਂ ਦਾ ਪ੍ਰੋਡਕਟ ਦਿੱਤਾ ਜਾਂਦਾ ਜਿਹੜਾ ਉਹਦੇ ਲਈ ਬੈਨੀਫੀਸ਼ੀਅਲ ਹੋਵੇ, ਜਿਹਦੇ ਵਿੱਚ ਕੀ ਆ ਜਾਂਦਾ? ਸਮਾਲ ਗਿਫਟਸ ਆ ਜਾਂਦੇ ਆ। ਸੈਂਪਲਿੰਗ ਦੇ ਤੌਰ ਤੇ ਉਹਨੂੰ ਇੱਕ ਪ੍ਰੋਡਕਟ ਦੇ ਦਿੱਤਾ ਜਾਂਦਾ, ਸਰ ਤੁਸੀਂ ਸੈਂਪਲ ਚੈੱਕ ਕਰਕੇ ਦੇਖੋ। ਕੂਪਨਸ ਦਿੱਤੇ ਜਾਂਦੇ ਆ, ਕੈਸ਼ ਕੂਪਨਸ,
ਤੁਸੀਂ ਪ੍ਰੋਡਕਟ ਪਰਚੇਜ਼ ਕਰੋਗੇ ਤੁਹਾਨੂੰ ਇੱਥੇ 10% ਡਿਸਕਾਊਂਟ ਮਿਲੂਗਾ, ਬਾਈ 1 ਗੈਟ 1 ਫ੍ਰੀ। ਇੱਕ ਪਰਚੇਜ਼ ਕਰੋ ਉਹਦੇ ਨਾਲ ਇੱਕ ਫ੍ਰੀ ਤੁਹਾਨੂੰ ਮਿਲੇਗਾ। ਇਸ ਤਰ੍ਹਾਂ ਦੇ ਪ੍ਰੋਡਕਟ ਇਨ ਸਟੋਰ ਐਕਟੀਵਿਟੀਜ਼ ਦੇ ਵਿੱਚ ਦਿੱਤੇ ਜਾਂਦੇ ਆ ਜਿਹੜੇ ਕਸਟਮਰ ਨੂੰ ਉਹਦੇ ਵੱਲ ਅਟਰੈਕਟ ਕਰਦੇ ਉਸ ਪ੍ਰੋਡਕਟ ਦੇ ਵੱਲ। ਸੈਕੰਡ ਹੈ ਪੁਆਇੰਟ ਆਫ ਸੇਲ ਡਿਸਪਲੇ ਮਟੀਰੀਅਲ। These are the material provided by vendor for placing product the customers often buy. It includes specific fixture such as dry battery stand and cold drink rack. ਇਹ ਉਹ ਪ੍ਰੋਡਕਟਸ ਹੁੰਦੇ ਆ ਜਿਨ੍ਹਾਂ ਲਈ ਕਸਟਮਰ ਜਾਂ ਵੈਂਡਰ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਜਿਹੜੇ ਉਹਦੇ ਪ੍ਰੋਡਕਟ ਨਾਲ ਰਿਲੇਟਡ ਹੁੰਦੀਆਂ। ਜੇ ਕੋਈ ਪ੍ਰੋਡਕਟ ਦੇ ਵਿੱਚ ਬੈਟਰੀ ਵੇਚ ਰਿਹਾ ਹੈ ਤਾਂ ਉਸ ਨੂੰ ਬੈਟਰੀ ਸਟੈਂਡ ਦਿੱਤਾ ਜਾਂਦਾ, ਸਰ ਤੁਸੀਂ ਆਪਣੇ ਸਟੋਰ ਦੇ ਵਿੱਚ ਇਸ ਬੈਟਰੀ ਸਟੈਂਡ ਲੈ ਲਓ। ਇਹ ਬੈਟਰੀ ਸਟੈਂਡ ਤੇ ਤੁਸੀਂ ਆਪਣਾ ਬੈਟਰੀ ਰੱਖ ਕੇ ਕਸਟਮਰ ਜਾਂ ਲਾਸਟ ਕਸਟਮਰ ਜਾਂ ਫਿਰ ਕੰਜ਼ਿਊਮਰ ਨੂੰ ਅਟਰੈਕਟ ਕਰ ਸਕਦੇ ਹੋ। ਜਾਂ ਕੋਲਡ ਡਰਿੰਕ ਰੈਕਸ ਉਹਨੂੰ ਦਿੱਤੇ ਜਾਂਦੇ ਆ ਜਿਹਦੇ ਨਾਲ ਕਸਟਮਰ ਜ਼ਿਆਦਾ ਅਟਰੈਕਟ ਹੁੰਦਾ ਹੈ। ਇਹ ਹੋ ਗਈ ਗੱਲ ਸਾਡੀ ਵੈਂਡਰ ਓਰੀਐਂਟਡ ਦੇ ਦੋ ਪਾਰਟਸ ਦੀ। ਫਰਸਟ ਸੀਗਾ ਇਨ ਸਟੋਰ ਐਕਟੀਵਿਟੀਜ਼, ਸੈਕੰਡ ਸੀਗਾ ਪੁਆਇੰਟ ਆਫ ਸੇਲ। ਥਰਡ ਅਸੀਂ ਚੈੱਕ ਕਰਦੇ ਆ, ਥਰਡ ਹੈ ਟ੍ਰੇਡ ਇਨਸੈਂਟਿਵਸ। These are trade-offs or cash incentives directly provided by vendors to the retailers. ਇਹਨਾਂ ਵਿੱਚ ਇੱਕ ਵੈਂਡਰ ਔਰ ਇੱਕ ਪ੍ਰੋਡਿਊਸਰ ਰਿਟੇਲਰ ਨੂੰ ਕੈਸ਼ ਜਾਂ ਉਹਨਾਂ ਨਾਲ ਰਿਲੇਟਡ ਕੋਈ ਇਦਾਂ ਦੀ ਚੀਜ਼ ਪ੍ਰੋਵਾਈਡ ਕਰਦਾ ਜਿਹਦੇ ਨਾਲ ਰਿਟੇਲਰ ਉਹਨਾਂ ਦੇ ਪ੍ਰੋਡਕਟ ਵੱਲ ਅਟਰੈਕਟ ਹੁੰਦਾ ਹੈ। ਫੋਰਥ ਹੈ ਡਾਇਰੈਕਟ ਪ੍ਰਮੋਸ਼ਨ ਟੂ ਦਾ ਕਸਟਮਰ। ਦਾ ਵੈਂਡਰ ਔਰ ਮੈਨੂਫੈਕਚਰਰ may make use of direct promotion at the consumer's doorstep. ਇਹ ਉਹ ਵੈਂਡਰਸ ਹੁੰਦੇ ਜਾਂ ਉਹ ਪ੍ਰੋਡਿਊਸਰ ਜਾਂ ਉਹ ਮੈਨੂਫੈਕਚਰਰ ਹੁੰਦੇ ਆ ਜਿਹੜੇ ਪ੍ਰੋਡਕਟ ਨੂੰ ਬਣਾਉਂਦੇ ਆ ਤੇ ਉਸ ਤੋਂ ਬਾਅਦ ਉਹ ਕੰਜ਼ਿਊਮਰ ਦੇ ਘਰ, ਕੰਜ਼ਿਊਮਰ ਦੇ ਨਾ ਕਿ ਕਸਟਮਰ ਔਰ ਰਿਟੇਲਰ ਦੇ, ਕੰਜ਼ਿਊਮਰ ਦੇ ਘਰ ਤੱਕ ਪਹੁੰਚ ਕਰਦੇ ਆ ਤੇ ਉਹਨਾਂ ਨੂੰ ਆਪਣੀ ਪ੍ਰੋਡਕਟ ਦੀ ਨੌਲੇਜ ਦਿੰਦੇ ਆ ਤੇ ਉਹਨਾਂ ਨੂੰ ਕੈਸ਼ ਕੂਪਨਸ ਜਾਂ ਫਿਰ ਫ੍ਰੀ ਸੈਂਪਲ ਦੇ ਕੇ ਆਪਣੇ ਪ੍ਰੋਡਕਟ ਦੇ ਵੱਲ ਅਟਰੈਕਟ ਕਰਦੇ ਹਨ। ਤੁਸੀਂ ਸਾਡਾ ਪ੍ਰੋਡਕਟ ਇੱਕ ਵਾਰ ਯੂਜ਼ ਕਰਕੇ ਦੇਖੋ, ਇਹਦੇ ਲਈ ਤੁਹਾਨੂੰ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਰੈਦਰ ਦੈਨ ਅਦਰ ਪ੍ਰੋਡਕਟਸ। ਫਿਫਥ ਆ ਗਿਆ ਇਹਦੇ ਵਿੱਚ ਪੈਕ ਡਿਜ਼ਾਈਨ। ਇਟ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਟੈਕਨੀਕ ਆਫ ਪ੍ਰਮੋਸ਼ਨ ਫॉर ਰਿਟੇਲਰ। ਇਹ ਬਹੁਤ ਇੰਪੋਰਟੈਂਟ ਐਕਟੀਵਿਟੀ ਆ ਰਿਟੇਲਰ ਦੇ ਲਈ ਜਿਹਦੇ ਨਾਲ ਉਹ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਦੇ ਆ। ਰਿਟੇਲਰ ਕੀ ਕਰਦੇ ਆ, ਇੱਕ ਪੈਕ ਡਿਜ਼ਾਈਨ ਕਰਦੇ ਆ ਤੇ ਉਹਨਾਂ ਨੂੰ ਉਹ ਪ੍ਰੋਡਕਟ ਪੈਕ ਨੂੰ ਜ਼ਿਆਦਾ ਇੰਪੋਰਟੈਂਟ ਦਿੰਦੇ ਆ ਇਨਸਟੈਡ ਆਫ देयर ਕੰਟੈਂਟ, ਉਹਨਾਂ ਵਿੱਚ ਪ੍ਰੋਡਕਟ ਦੇ ਵਿੱਚ ਹੈ ਕੀ ਆ। ਇਹ ਹੋ ਗਿਆ ਚੀਜ਼ਾਂ ਵੈਂਡਰ ਓਰੀਐਂਟਡ ਦੇ ਅੰਦਰ। ਹੁਣ ਅਸੀਂ ਗੱਲ ਕਰਦੇ ਹਾਂ ਰਿਟੇਲਰ ਓਰੀਐਂਟਡ ਕਿਹੜੇ ਕਿਹੜੇ ਪ੍ਰੋਡਕਟਸ ਆ। all these measures which normally motivate the customer to buy more and thus increase the sale of product are retailer oriented promotion techniques. These include following: window display. A window display in a shop is for displaying item for sale or otherwise designed to attract customer to the store. ਹੁਣ ਇਹ ਕੌਣ ਹੁੰਦੇ ਆ? ਇਹ ਉਹ ਹੁੰਦੇ ਆ ਜੋ ਰਿਟੇਲਰ, ਜੋ ਪਰਚੂਨਕਾਰ ਆਪਣੀ ਦੁਕਾਨ, ਆਪਣੇ ਸਟੋਰ ਦੇ ਵਿੱਚ ਪ੍ਰੋਡਕਟ ਨੂੰ ਡਿਸਪਲੇ ਕਰਨ ਦੇ ਲਈ ਲਗਾ ਦਿੰਦੇ ਹਨ ਤੇ ਉਹਨਾਂ ਨੂੰ ਦੇਖ ਕੇ ਕਸਟਮਰ ਜਾਂ ਫਿਰ ਕੰਜ਼ਿਊਮਰ ਉਹਨਾਂ ਵੱਲ ਅਟਰੈਕਟ ਹੁੰਦੇ ਹਨ। ਤੁਸੀਂ ਦੇਖਿਆ ਹੋਣਾ ਕਈ ਦੁਕਾਨ ਤੇ ਅਸੀਂ ਜਾਂਦੇ ਆ, ਮੋਬਾਈਲ ਦੀ ਦੁਕਾਨ ਤੇ ਜਾਂ ਫਿਰ ਕਿਸੇ ਹੋਰ ਦੁਕਾਨ ਤੇ ਜਾਂਦੇ ਆ ਤਾਂ ਉੱਥੇ ਕੀ ਹੁੰਦਾ, ਸਾਡੇ ਸਾਹਮਣੇ ਮੋਬਾਈਲ ਲੱਗੇ ਹੁੰਦੇ ਆ। ਉਹ ਮੋਬਾਈਲ ਕਿਉਂ ਲੱਗੇ ਹੁੰਦੇ ਆ? ਉਹਨੂੰ ਅਸੀਂ ਵਿੰਡੋ ਡਿਸਪਲੇ ਕਹਿੰਦੇ ਤਾਂ ਕਿ ਕਸਟਮਰ ਉਹਨਾਂ ਨੂੰ ਦੇਖੇ ਤੇ ਉਹਨਾਂ ਵੱਲ ਅਟਰੈਕਟ ਹੋਵੇ ਤੇ ਉਹ ਵਸਤੂ ਨੂੰ ਪਰਚੇਜ ਕਰ ਲਵੇ। ਨੈਕਸਟ ਆ ਗਿਆ ਇਹਦੇ ਵਿੱਚ ਇਨ ਸਟੋਰ ਡਿਸਪਲੇ। ਇਨ ਸਟੋਰ ਡਿਸਪਲੇ ਇਨਕਲੂਡਸ ਮੈਨੀ ਪ੍ਰਮੋਸ਼ਨ ਟੈਕਨੀਕਸ। ਇਹਦੇ ਵਿੱਚ ਬਹੁਤ ਸਾਰਾ ਐਕਟੀਵਿਟੀਜ਼ ਆ ਜਾਂਦੀਆਂ ਸੱਚ ਐਜ਼ ਮਾਸ ਡਿਸਪਲੇ, ਮਲਟੀਪਲ ਪ੍ਰੋਡਕਟ ਪ੍ਰਮੋਸ਼ਨ ਡੈਮੋਸਟ੍ਰੇਸ਼ਨ ਐਂਡ ਫ੍ਰੀ ਗਿਫਟ। ਇਹ ਸਾਰੇ ਚੀਜ਼ਾਂ ਆਉਂਦੀਆਂ ਇਨ ਸਟੋਰ ਡਿਸਪਲੇ ਦੇ ਵਿੱਚ ਰਿਟੇਲਰ ਓਰੀਐਂਟਡ ਦੇ ਅੰਦਰ। ਇਹ ਹੋ ਗਈ ਸਾਡੀ ਗੱਲ ਰਿਟੇਲਰ ਐਂਡ ਵੈਂਡਰ ਓਰੀਐਂਟਡ ਪ੍ਰਮੋਸ਼ਨਸ ਦੀ। ਉਸ ਤੋਂ ਬਾਅਦ ਚੱਲਦੇ ਆ ਨੈਕਸਟ ਆਪਣੇ ਤੇ ਵੇਜ਼ ਟੂ ਇਨਫਲੂਐਂਸ ਕਸਟਮਰਸ ਬਾਇੰਗ ਕਿਹੜੀਆਂ ਹਨ ਉਹ ਦੇਖਦੇ ਆ। ਚਲੋ ਚੈੱਕ ਕਰੀਏ। ਹੁਣ ਇਹ ਫੈਕਟਰ ਜਿਹੜੇ ਹੈਗੇ ਆ ਕਿਹੜੇ ਕਿਹੜੇ ਇਨਫਲੂਐਂਸ ਕਰਦੇ ਆ ਕਸਟਮਰ ਦੇ ਬਿਹੇਵੀਅਰ ਨੂੰ ਕਿਸੇ ਪ੍ਰੋਡਕਟ ਨੂੰ ਪਰਚੇਜ਼ ਕਰਨ ਤੋਂ ਪਹਿਲਾਂ। ਚਲੋ ਦੇਖਦੇ ਆ। Consumer behavior can be broadly classified as the decision and actions that influence the purchasing behavior of a consumer. ਕਿਸੇ ਵੀ ਕੰਜ਼ਿਊਮਰ ਉਪਭੋਗਤਾ ਦਾ ਬਿਹੇਵੀਅਰ ਜੋ ਹੈ ਵਸਤੂ ਨੂੰ ਪਰਚੇਜ਼ ਕਰਨ ਦਾ, ਉਹਨੂੰ ਲੈ ਕੇ ਕੋਈ ਵੀ ਡਿਸੀਜਨ ਲੈਣਾ ਜਾਂ ਐਕਸ਼ਨ ਲੈਣਾ, ਉਹਨੂੰ ਕਿਹੜੇ ਕਿਹੜੇ ਫੈਕਟਰ ਐਸੋਸੀਏਟ ਕਰਦੇ ਆ।
ਇਹ ਹੈਗੇ ਆ, ਇਹ ਸੇਲਸ ਐਸੋਸੀਏਟ ਇਜ਼ ਐਕਸਪੈਕਟਡ ਟੂ ਹੈਂਡਲ ਦਾ ਪ੍ਰੋਸਪੈਕਟਿਵ ਕਸਟਮਰ ਇਨ ਏ ਵੇ ਟੂ ਕਨਵਰਟ them ਟੂ ਦਾ ਯੂਜ਼ਰ ਆਫ ਫਰਮਸ ਪ੍ਰੋਡਕਟ। ਹੁਣ ਇਹ ਸਭ ਤੋਂ ਵੱਡਾ ਰੋਲ ਬਣ ਜਾਂਦਾ ਹੈ ਸੇਲਸ ਐਸੋਸੀਏਟ ਦਾ, ਕਿ ਉਹ ਕਸਟਮਰ ਦੇ ਬਿਹੇਵੀਅਰ ਨੂੰ ਇਸ ਤਰ੍ਹਾਂ ਕਨਵਰਟ ਕਰੇ ਕਿ ਉਹ ਪ੍ਰੋਡਕਟ ਉਹਨਾਂ ਦਾ ਪਰਚੇਜ਼ ਕਰ ਲਵੇ ਅਤੇ ਪਰਚੇਜ਼ ਕਰਨ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਯੂਜ਼ ਕਰਕੇ ਰੀਪਰਚੇਜ਼ ਕਰੇ। ਇਹ ਸਭ ਬਿਹੇਵੀਅਰ ਕਿਤੇ ਡਿਪੈਂਡ ਕਰਦੇ ਆ, ਸੇਲਸ ਐਸੋਸੀਏਟ ਤੇ। ਸੇਲਸ ਐਸੋਸੀਏਟ ਪ੍ਰੋਸਪੈਕਟਿਵ ਕਸਟਮਰ ਨੂੰ ਕਸਟਮਰ ਦੇ ਵਿੱਚ ਕਨਵਰਟ ਕਰਨਾ ਉਸਦਾ ਮੇਨ ਕੰਮ ਹੁੰਦਾ। ਇੱਥੇ ਜੇ ਕੁਐਸਚਨ ਆ ਗਿਆ ਪ੍ਰੋਸਪੈਕਟਿਵ ਕਸਟਮਰਸ ਕਿਹੜੇ ਹੁੰਦੇ ਆ। ਪ੍ਰੋਸਪੈਕਟਿਵ ਕਸਟਮਰ ਸਾਡੇ ਉਹ ਕਸਟਮਰ ਹੁੰਦੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਪ੍ਰੋਡਕਟ ਪਰਚੇਜ਼ ਨਹੀਂ ਕੀਤਾ, ਪਰ ਉਹ ਪਰਚੇਜ਼ ਕਰਨ ਦੇ ਇੱਛੁਕ ਹੁੰਦੇ, ਜਾਂ ਫਿਰ ਸੰਭਾਵਿਤ ਕਸਟਮਰ ਹੁੰਦੇ ਜਿਨ੍ਹਾਂ ਨੇ ਸਾਡੀ ਉਹ ਪ੍ਰੋਡਕਟ ਪਰਚੇਜ਼ ਕਰਨਾ, ਜਾਂ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਪ੍ਰੋਡਕਟ ਪਰਚੇਜ਼ ਕਰਨਾ। ਇਹਦੇ ਕਿਹੜੇ ਫੈਕਟਰ ਇਨਫਲੂਐਂਸ ਕਰਦੇ ਆ ਕਸਟਮਰ ਬਿਹੇਵੀਅਰ ਤੇ, ਚਲੋ ਦੇਖਦੇ ਆ। ਆਇਡੈਂਟੀਫਾਈ ਦਾ ਪ੍ਰੋਸਪੈਕਟਿਵ ਕਸਟਮਰ। ਸਭ ਤੋਂ ਪਹਿਲਾਂ ਸਾਨੂੰ ਆਪਣਾ ਸੰਭਾਵਿਤ ਗਾਹਕ ਦੇਖਣਾ ਪੈਣਾ। ਸਾਡਾ ਸੰਭਾਵਿਤ ਗਾਹਕ ਕਿਹੜਾ, ਜਿਹੜਾ ਸਾਡੀ ਪ੍ਰੋਡਕਟ ਨੂੰ ਪਰਚੇਜ਼ ਕਰੇਗਾ ਜਾਂ ਨਹੀਂ ਪਰਚੇਜ਼ ਕਰੇਗਾ। ਜਦੋਂ ਸਾਡੇ ਸਟੋਰ ਦੇ ਵਿੱਚ ਕੋਈ ਪ੍ਰੋਡਕਟ ਲੈਣ ਲਈ ਕੋਈ ਗਾਹਕ ਆ ਗਿਆ, ਇਹਦਾ ਮਤਲਬ ਉਹ ਸਾਡਾ ਪ੍ਰੋਸਪੈਕਟਿਵ ਕਸਟਮਰ ਹੈ। ਚਾਹੇ ਉਹ ਮਾਈਂਡ ਬਣਾ ਕੇ ਆਇਆ ਪ੍ਰੋਡਕਟ ਪਰਚੇਜ਼ ਕਰਨ ਦੇ ਲਈ, ਜਾਂ ਉਹ ਪ੍ਰੋਡਕਟ ਪਰਚੇਜ਼ ਕਰਨ ਦੇ ਲਈ ਮਾਈਂਡ ਨਹੀਂ ਬਣਾ ਕੇ ਆਇਆ, ਪਰ ਉਹ ਸਾਡਾ ਪ੍ਰੋਸਪੈਕਟਿਵ ਕਸਟਮਰ ਹੈ। ਉਸ ਤੋਂ ਬਾਅਦ ਕੀ ਹੁੰਦਾ, ਕਲੈਕਟ ਇਨਫੋਰਮੇਸ਼ਨ ਪ੍ਰੋਡਕਟ। ਕਿਸੇ ਵੀ ਸੇਲਸ ਐਸੋਸੀਏਟ ਦੇ ਲਈ ਆਪਣੇ ਪ੍ਰੋਡਕਟ ਦੇ ਬਾਰੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਜੇ ਉਸ ਦੇ ਕੋਲ ਪ੍ਰੋਡਕਟ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਜਿਸ ਨਾਲ ਕਿ ਸੇਲਸ ਐਸੋਸੀਏਟ ਆਪਣੇ ਗਾਹਕਾਂ ਨੂੰ ਸੰਤੁਸ਼ਟ ਕਰ ਸਕੇ ਤੇ ਉਹਨਾਂ ਦੀ ਜੋ ਕੁਆਰੀਜ਼ ਹੁੰਦੀਆਂ ਹਨ ਉਹਨਾਂ ਨੂੰ ਸੋਲਵ ਕਰ ਸਕੇ। ਨੈਕਸਟ ਹੈ ਸਾਡਾ ਇਨਲਾਈਟ ਦਾ ਪ੍ਰੋਡਕਟਸ ਫੀਚਰ ਐਂਡ ਐਡਵਾਂਟੇਜ ਇਨ ਕੰਪੈਰੀਜ਼ਨ ਵਿਦ ਦਾ ਕੰਪੀਟੀਟਰ ਪ੍ਰੋਡਕਟ। ਇਹਦੇ ਵਿੱਚ ਇੱਕ ਸੇਲਸ ਐਸੋਸੀਏਟ ਨੂੰ ਆਪਣੇ ਕੰਪੀਟੀਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਵਿੱਚ ਕਿਹੜੇ ਫੀਚਰਸ ਹਨ, ਉਹਨਾਂ ਦੇ ਕਿਹੜੇ ਫਾਇਦੇ ਹਨ, ਤਾਂ ਹੀ ਉਹ ਪ੍ਰੋਡਕਟ ਆਪਣੇ ਨੂੰ ਕੰਪੀਟੀਟਰ ਦੇ ਪ੍ਰੋਡਕਟ ਨਾਲ ਕੰਪੈਰੀਜ਼ਨ ਕਰਕੇ ਆਪਣੇ ਗਾਹਕ ਨੂੰ ਸੰਤੁਸ਼ਟ ਕਰ ਸਕਦਾ ਹੈ ਤੇ ਉਹਨਾਂ ਨੂੰ ਪ੍ਰੋਡਕਟ ਖਰੀਦਣ ਦੇ ਲਈ ਮਜਬੂਰ ਕਰ ਸਕਦਾ ਹੈ। ਪ੍ਰੈਜ਼ੈਂਟ ਔਰ ਡੈਮੋਨਸਟ੍ਰੇਟ ਦਾ ਪ੍ਰੋਡਕਟ ਇਨ ਇੰਟਰਸਟਿੰਗ ਮੈਨਰ। ਜਦੋਂ ਉਸਨੇ ਪ੍ਰੋਡਕਟ ਆਪਣਾ ਡੈਮੋਨਸਟ੍ਰੇਟ ਕਰਨਾ ਹੈ ਪ੍ਰੋਡਕਟ ਕਿਸੇ ਗਾਹਕ ਨੂੰ, ਤਾਂ ਉਹ ਇਸ ਅੰਦਾਜ਼ ਨਾਲ ਕਰਨਾ ਹੈ ਕਿ ਗਾਹਕ ਨੂੰ ਉਹ ਚੰਗਾ ਲੱਗੇ, ਇੰਟਰਸਟਿੰਗ ਲੱਗੇ ਤੇ ਜਿਹਦੇ ਨਾਲ ਉਹ ਪ੍ਰੋਡਕਟ ਵੱਲ ਆਕਰਸ਼ਿਤ ਹੋ ਸਕੇ। ਜੇ ਕੋਈ ਆਬਜੈਕਸ਼ਨ ਹੈ ਗਾਹਕ ਦਾ ਤਾਂ ਉਹਨੂੰ ਇਮੀਡੀਏਟਲੀ ਸੋਲਵ ਕਰੋ। ਨੈਕਸਟ ਹੈ ਵਾਰੰਟੀ ਪੀਰੀਅਡ ਐਂਡ ਅਸ਼ੋਰ ਅਦਰ ਸੇਲਸ ਸਰਵਿਸਿਜ਼। ਇਸ ਦੇ ਵਿੱਚ ਆ ਗਿਆ ਕਸਟਮਰ ਨਾਲ ਵਾਰੰਟੀ ਪੀਰੀਅਡ ਦੀ ਗੱਲ ਜ਼ਰੂਰ ਕਰੋ। ਇਸ ਪ੍ਰੋਡਕਟ ਦੇ ਬਾਰੇ ਉਸ ਨੂੰ ਵਾਰੰਟੀ ਪੀਰੀਅਡ ਦੀ ਜਾਣਕਾਰੀ ਦਿਓ ਅਤੇ ਹੋਰ ਸੇਲਸ ਸਰਵਿਸਿਜ਼, ਆਫਟਰ ਸੇਲ ਸਰਵਿਸ ਐਂਡ ਪ੍ਰੀ ਸੇਲ ਸਰਵਿਸਿਜ਼ ਦੀਆਂ ਜਾਣਕਾਰੀ ਦਿਓ। ਪ੍ਰੀ ਸੇਲ ਸਰਵਿਸ ਕੀ ਹੁੰਦੀ ਹੈ? ਪ੍ਰੀ ਸੇਲ ਸਰਵਿਸ ਹੁੰਦੀ ਹੈ ਵਸਤੂ ਨੂੰ ਗਾਹਕ ਦੁਆਰਾ ਖਰੀਦਣ ਤੋਂ ਪਹਿਲਾਂ ਜਿਹੜੀ ਸਰਵਿਸ ਦਿੱਤੀ ਜਾਂਦੀ ਹੈ ਉਹ ਹੁੰਦੀ ਪ੍ਰੀ ਸੇਲ ਸਰਵਿਸ। ਪੋਸਟ ਸੇਲ ਸਰਵਿਸ ਕੀ ਹੁੰਦੀ ਹੈ? ਪੋਸਟ ਸੇਲ ਸਰਵਿਸ ਹੁੰਦੀ ਹੈ ਜਦੋਂ ਗਾਹਕ ਵਸਤੂ ਨੂੰ ਖਰੀਦ ਲੈਂਦਾ ਹੈ, ਉਸ ਤੋਂ ਬਾਅਦ ਉਸ ਨੂੰ ਜਿਹੜੀ ਸਰਵਿਸ ਦਿੱਤੀ ਜਾਂਦੀ ਹੈ ਉਹ ਹੁੰਦੀ ਹੈ ਪੋਸਟ ਸੇਲ ਸਰਵਿਸ। ਨੈਕਸਟ ਹੈ ਸਾਡਾ ਮੇਨਟੇਨ ਕੰਟੀਨਿਊਸ ਰਿਲੇਸ਼ਨਸ਼ਿਪ ਵਿਦ ਕਸਟਮਰਸ ਟੂ ਗੈਟ देयर ਫੀਡਬੈਕ ਔਨ ਪ੍ਰੋਡਕਟ ਸੈਟੀਸਫੈਕਸ਼ਨ। ਇਸ ਦੇ ਵਿੱਚ ਕੀ ਹੁੰਦਾ ਹੈ, ਗਾਹਕ ਦੇ ਕੋਲੋਂ ਫੀਡਬੈਕ ਲਿਆ ਜਾਂਦਾ ਹੈ, ਉਸ ਨੂੰ ਉਹ ਪ੍ਰੋਡਕਟ ਜੋ ਯੂਜ਼ ਕਰ ਰਿਹਾ ਹੈ ਉਹ ਕਿਸ ਤਰ੍ਹਾਂ ਦਾ ਲੱਗਾ, ਉਹ ਉਸ ਦੇ ਨਾਲ ਸੈਟੀਸਫਾਈ ਹੈ ਜਾਂ ਨਹੀਂ ਹੈ, ਜੋ ਉਸ ਦੀ ਜ਼ਰੂਰਤ ਸੀ ਉਹ ਪੂਰੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਇਹ ਸਭ ਚੀਜ਼ਾਂ ਸਨ ਵੇਜ਼ ਟੂ ਇਨਫਲੂਐਂਸ ਕਸਟਮਰ ਬਾਈ। ਕਸਟਮਰ ਨੂੰ ਪ੍ਰੋਡਕਟ ਖਰੀਦਣ ਦੇ ਲਈ ਇਨਫਲੂਐਂਸ ਕਰਨ ਦੇ ਲਈ ਇਹ ਸਭ ਚੀਜ਼ਾਂ ਸਨ। ਇਸ ਤੋਂ ਬਾਅਦ ਅੱਗੇ ਦੇਖਦੇ ਹਾਂ एक्वायर नॉलेज ऑफ नेचर ऑफ प्रोडक्ट के नेचर के बारे जानकारी होना। सब तो पहला सानू इसनू दो पार्ट्स दे विच डिवाइड करना पैंदा है प्रोडक्ट दी करैक्टरिस्टिक नू, विशेषतावां नू एक्सप्लिसिट एंड इंप्लिसिट। एक्सप्लिसिट किहड़ियां हुंदियां, इन्हां दे विच आ जांदी फिजिकल कन्फिगरेशन, एसोसीएट सर्विस, पैकेज एंड ब्रांड नेम। उस तो बाद आ जांदा इहदे विच प्रोडक्ट साइज एंड लाइफ साइकिल। जे असीं फिजिकल कन्फिगरेशन की गल करिए, ए प्रोडक्ट इज ए बंडल ऑफ फिजिकल स्टफ। एवरी प्रोडक्ट हैज इट्स ओन शेप, साइज, डेंसिटी, ऑर्डर, टेस्ट, टेक्सचर, कलर, वेट एंड ए होस्ट ऑफ अदर फिजिकल एट्रीब्यूट्स। हर एक प्रोडक्ट की अपनी एक शेप होंदी है,
ਆਪਣਾ ਇੱਕ ਕਰੈਕਟਰਿਸਟਿਕ ਹੁੰਦਾ ਹੈ, ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ, ਆਪਣਾ ਡੈਂਸਿਟੀ ਹੁੰਦਾ, ਆਪਣਾ ਟੇਸਟ ਹੁੰਦਾ। ਇਹਨਾਂ ਸਭ ਚੀਜ਼ਾਂ ਨੂੰ ਮਿਲਾ ਕੇ ਉਹ ਇੱਕ ਫਿਜ਼ੀਕਲ ਪ੍ਰੋਡਕਟ ਬਣਦਾ ਹੈ। ਜਿਸ ਤਰ੍ਹਾਂ ਹਰ ਇਨਸਾਨ ਅਲੱਗ-ਅਲੱਗ ਹਨ, ਉਸੇ ਤਰ੍ਹਾਂ ਹਰ ਪ੍ਰੋਡਕਟ ਅਲੱਗ-ਅਲੱਗ ਹਨ। ਇਸੇ ਨੂੰ ਲੈ ਕੇ ਇੱਕ ਪ੍ਰੋਡਕਟ ਬਣਾਇਆ ਜਾਂਦਾ। ਫਿਜ਼ੀਕਲ ਕਨਫੀਗਰੇਸ਼ਨ ਪ੍ਰੋਡਕਟ ਦੀ ਕੀ ਹੈ, ਉਹ ਕਿਸ ਤਰ੍ਹਾਂ ਬਣਿਆ ਤੇ ਉਹਨੂੰ ਬਣਾਉਣ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਯੂਜ਼ ਹੋਈਆਂ, ਇਹਨਾਂ ਸਭ ਨੂੰ ਲੈ ਕੇ ਅਸੀਂ ਚੱਲਦੇ ਹਾਂ ਤਾਂ ਉਹ ਹੋ ਗਈ ਫਿਜ਼ੀਕਲ ਕਨਫੀਗਰੇਸ਼ਨ। ਉਸ ਤੋਂ ਬਾਅਦ ਆ ਗਈ ਐਸੋਸੀਏਟਡ ਸਰਵਿਸ। A sales associate should have knowledge of before and after sales service। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਸੇਲਸ ਐਸੋਸੀਏਟ ਨੂੰ ਪ੍ਰੋਡਕਟ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਪ੍ਰੀ ਸੇਲ ਸਰਵਿਸ ਤੇ ਪੋਸਟ ਸੇਲ ਸਰਵਿਸ। ਜਿਸ ਤਰ੍ਹਾਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ, ਪ੍ਰੀ ਸੇਲ ਸਰਵਿਸ ਕੀ ਹੁੰਦੀ ਹੈ? ਪ੍ਰੀ ਸੇਲ ਸਰਵਿਸ ਔਰ ਬਿਫੋਰ ਸੇਲ ਸਰਵਿਸ ਹੁੰਦੀ ਹੈ ਜਦੋਂ ਪ੍ਰੋਡਕਟ ਨੂੰ ਵੇਚਣ ਤੋਂ ਪਹਿਲਾਂ ਗਾਹਕ ਨੂੰ ਸਰਵਿਸ ਦਿੱਤੀ ਜਾਂਦੀ ਹੈ, ਉਹ ਹੁੰਦੀ ਹੈ ਪ੍ਰੀ ਸੇਲ ਸਰਵਿਸ। ਪੋਸਟ ਸੇਲ ਸਰਵਿਸ ਕੀ ਹੁੰਦੀ ਹੈ? ਜਦੋਂ ਗਾਹਕ ਪ੍ਰੋਡਕਟ ਪਰਚੇਸ ਕਰ ਲੈਂਦਾ ਹੈ, ਉਸ ਤੋਂ ਬਾਅਦ ਜਿਹੜੀ ਉਹਨੂੰ ਸਰਵਿਸ ਦਿੱਤੀ ਜਾਂਦੀ ਹੈ ਉਹ ਹੁੰਦੀ ਹੈ ਪੋਸਟ ਜਾਂ ਆਫਟਰ ਸੇਲ ਸਰਵਿਸ। ਪ੍ਰੀ ਸੇਲ ਸਰਵਿਸ ਦੇ ਵਿੱਚ ਕੀ ਆ ਜਾਂਦਾ? ਡੈਮੋਸਟ੍ਰੇਸ਼ਨ, ਪ੍ਰੋਡਕਟ ਡੈਮੋਸਟ੍ਰੇਸ਼ਨ, ਇਨਫੋਰਮਿੰਗ ਆਫ ਕ੍ਰੈਡਿਟ ਫੈਸਿਲਿਟੀਜ਼, ਇਹ ਉਹਦੀ ਪ੍ਰੀ ਸੇਲ ਸਰਵਿਸ ਔਰ ਬਿਫੋਰ ਸੇਲ ਸਰਵਿਸ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਪੋਸਟ ਔਰ ਆਫਟਰ ਸੇਲ ਸਰਵਿਸ ਦੇ ਵਿੱਚ ਆ ਜਾਂਦਾ ਡਿਲੀਵਰੀ, ਇੰਸਟਾਲੇਸ਼ਨ, ਪ੍ਰੋਵੀਜ਼ਨ ਆਫ ਸਪੇਅਰ ਪਾਰਟਸ, ਰਿਪੇਅਰ ਐਂਡ ਵਾਰੰਟੀ। ਇਹ ਸਭ ਚੀਜ਼ਾਂ ਆਉਂਦੀਆਂ ਪੋਸਟ ਸੇਲ ਸਰਵਿਸ ਔਰ ਆਫਟਰ ਸੇਲ ਸਰਵਿਸ ਦੇ ਵਿੱਚ। ਨੈਕਸਟ ਆ ਗਿਆ ਸਾਡਾ ਪੈਕੇਜ ਐਂਡ ਬ੍ਰਾਂਡ ਨੇਮ। The sales associate has to gain knowledge of packaging or brand name to differentiate product from competitor brand or product। ਇੱਕ ਸੇਲਸ ਐਸੋਸੀਏਟ ਨੂੰ ਆਪਣੇ ਪ੍ਰੋਡਕਟ ਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਉਹਦਾ ਬ੍ਰਾਂਡ ਨੇਮ ਕੀ ਹੈ, ਉਹਦੀ ਪੈਕੇਜਿੰਗ ਕੀ ਹੈ, ਉਹ ਕਿਸ ਤਰ੍ਹਾਂ ਡਿਫਰ ਕਰ ਰਹੀ ਹੈ ਉਹਨਾਂ ਦੇ ਕੰਪੀਟੀਟਰ ਪ੍ਰੋਡਕਟ ਤੋਂ ਜੋ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਪ੍ਰੋਡਕਟ ਬਣ ਰਹੇ ਹਨ। ਉਹਦੇ ਕੰਪੀਟੀਸ਼ਨ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਹਨ, ਉਹਨਾਂ ਦੇ ਫੀਚਰ ਕੀ ਹਨ, ਉਹਨਾਂ ਦੇ ਬੈਨੀਫਿਟਸ ਕੀ ਹਨ। ਇਹ ਸਭ ਚੀਜ਼ਾਂ ਇੱਕ ਸੇਲਸ ਐਸੋਸੀਏਟ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ। This enabled to highlight the product feature in comparison with other products available in the market। ਇਹ ਹੋ ਗਈ ਪੈਕੇਜ ਐਂਡ ਬ੍ਰਾਂਡ ਨੇਮ ਦੀ ਗੱਲ। ਉਸ ਤੋਂ ਬਾਅਦ ਚੱਲਦੇ ਹਾਂ ਪ੍ਰੋਡਕਟ ਸਾਈਜ਼ ਦੇ ਵਿੱਚ। ਹਰ ਇੱਕ ਐਸੋਸੀਏਟ ਨੂੰ ਆਪਣੇ ਪ੍ਰੋਡਕਟ ਦਾ ਸਾਈਜ਼, ਵਿਥ, ਡੈਪਥ ਤੇ ਕੰਸਿਸਟੈਂਸੀ ਪਤਾ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਆਪਣੇ ਪ੍ਰੋਡਕਟ ਦੀ ਨੌਲੇਜ ਪਤਾ ਕਰੇਗਾ ਅਤੇ ਉਹ ਆਪਣੇ ਗਾਹਕਾਂ ਨੂੰ ਦੱਸੇਗਾ ਉਹਨਾਂ ਦੇ ਪ੍ਰੋਡਕਟ ਦੀ ਕਿੰਨੀ ਲੈਂਥ ਹੈ, ਕਿੰਨੀ ਵਿਥ ਹੈ ਤੇ ਉਹ ਕਿੰਨੀ ਦੇਰ ਚੱਲਣਗੇ ਤੇ ਉਹਦੀ ਵਾਰੰਟੀ ਗਾਰੰਟੀ ਕੀ ਹੈ। ਇਹ ਸਭ ਚੀਜ਼ਾਂ ਉਸਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਨੈਕਸਟ ਆ ਗਿਆ ਪ੍ਰੋਡਕਟ ਲਾਈਫ ਸਾਈਕਲ। ਪ੍ਰੋਡਕਟ ਲਾਈਫ ਸਾਈਕਲ, ਜਿਸ ਤਰ੍ਹਾਂ ਸਾਨੂੰ ਪਤਾ ਹੈ ਇੱਕ ਪ੍ਰੋਡਕਟ ਸ਼ੁਰੂ ਹੁੰਦਾ ਹੈ ਇੰਟਰੋਡਕਸ਼ਨ ਤੋਂ, ਉਸ ਤੋਂ ਬਾਅਦ ਉਹ ਗਰੋਥ ਲੈਵਲ ਤੇ ਜਾਂਦਾ, ਫਿਰ ਮੈਚਿਓਰਿਟੀ ਤੇ, ਫਿਰ ਡਿਕਲਾਈਨ ਤੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਪ੍ਰੋਡਕਟ ਲਾਈਫ ਸਾਈਕਲ ਦੇ ਵਿੱਚ, ਜਿੱਦਾਂ ਇੱਕ ਇਨਸਾਨ ਸ਼ੁਰੂ ਦੇ ਵਿੱਚ ਬਚਪਨ 'ਚ ਹੁੰਦਾ, ਫਿਰ ਜਵਾਨੀ 'ਚ, ਫਿਰ ਉਸ ਤੋਂ ਬਾਅਦ ਬੁਢਾਪਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਡੈਥ ਹੋ ਜਾਂਦੀ ਹੈ। ਇਸੇ ਤਰ੍ਹਾਂ ਇੱਕ ਪ੍ਰੋਡਕਟ ਦੀ ਇੰਟਰੋਡਕਸ਼ਨ ਹੁੰਦੀ ਹੈ, ਉਹ ਮਾਰਕੀਟ 'ਚ ਆਉਂਦਾ ਹੈ, ਉਹ ਵੱਧਦਾ ਹੈ, ਉਸ ਤੋਂ ਬਾਅਦ ਉਹ ਮੈਚਿਓਰਿਟੀ ਉਹਦੀ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਡਿਕਲਾਈਨ ਲੈਵਲ ਤੇ ਆ ਕੇ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਪ੍ਰੋਡਕਟ ਨੂੰ ਇੱਕ ਲਾਈਫ ਸਾਈਕਲ ਕਿਹਾ ਜਾਂਦਾ, ਪ੍ਰੋਡਕਟ ਦਾ ਇੱਕ ਲਾਈਫ ਸਾਈਕਲ ਹੁੰਦਾ ਹੈ। ਇਹ ਸਭ ਚੀਜ਼ਾਂ ਸਨ ਐਕਸਪਲਿਸਿਟ ਕਰੈਕਟਰਿਸਟਿਕਸ। ਉਸ ਤੋਂ ਅੱਗੇ ਇੰਪਲੀਸਿਟ। ਇੰਪਲੀਸਿਟ ਦੇ ਵਿੱਚ ਪ੍ਰੋਡਕਟ ਸਿੰਬੋਲਿਕ। ਇਹ ਪ੍ਰੋਡਕਟ ਇਜ਼ ਅ ਸਿੰਬਲ ਬਾਈ ਵਰਚੂ ਆਫ ਇਟਸ ਫਾਰਮ, ਸਾਈਜ਼, ਕਲਰ ਐਂਡ ਫੰਕਸ਼ਨ। ਹਰ ਇੱਕ ਪ੍ਰੋਡਕਟ ਦਾ ਇੱਕ ਸਿੰਬਲ ਹੁੰਦਾ ਹੈ, ਉਹ ਕਿਸ ਤਰ੍ਹਾਂ ਕੰਮ ਕਰ ਰਿਹਾ, ਉਹਦਾ ਸਾਈਜ਼ ਕੀ ਹੈ, ਉਹਦਾ ਕਲਰ ਕੀ ਹੈ ਤੇ ਉਹਦੇ ਫੰਕਸ਼ਨਸ ਕਿਹੜੇ-ਕਿਹੜੇ ਹਨ। ਹਰ ਇੱਕ ਸੇਲਸ ਐਸੋਸੀਏਟ ਨੂੰ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਸਿੰਬਲ ਕਿਹੜੇ-ਕਿਹੜੇ ਹਨ, ਉਹ ਇਕਨੋਮੀ ਕੀ ਹੈ, ਉਹਦੀ ਪਰਫਾਰਮੈਂਸ ਕੀ ਹੈ ਤੇ ਉਹ ਕੰਮ ਕਿਸ ਤਰ੍ਹਾਂ ਕਰਦੇ ਹਨ, ਉਹ ਕਸਟਮਰ ਦੀ ਨੀਡ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਨ ਤੇ ਉਹਨਾਂ ਦਾ ਉਹਨਾਂ ਨਾਲ ਕੀ ਰਿਲੇਸ਼ਨ ਹੈ। ਨੈਕਸਟ ਆ ਗਿਆ ਸਾਡਾ ਕਮਿਊਨੀਕੇਸ਼ਨ ਮੀਡੀਆ। ਹਰ ਇੱਕ ਪ੍ਰੋਡਕਟ ਤੇ ਕੁਝ ਸਿੰਬਲਸ ਹੁੰਦੇ ਆ, ਕੁਝ ਉਹਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਕੁਝ ਉਹਦੇ ਪਰਸੈਪਸ਼ਨਸ ਹੁੰਦੀਆਂ, ਉਹਨਾਂ ਨੂੰ ਲੈ ਕੇ ਹਰ ਇੱਕ ਸੇਲਸ ਐਸੋਸੀਏਟ ਨੂੰ ਪਤਾ ਹੋਣਾ ਚਾਹੀਦਾ ਇਹ ਕਿੱਦਾਂ ਐਕਸਪ੍ਰੈਸ ਕਰਨੇ ਹਨ, ਇਹ ਕਿੱਦਾਂ ਕਸਟਮਰ ਨੂੰ ਦੱਸਣੇ ਹਨ ਤਾਂ ਕਿ ਉਹਨਾਂ ਦੇ ਕਲਚਰ, ਗਰੁੱਪ ਇਨਫਲੂਐਂਸ ਜਾਂ ਪਰਸਨੈਲਿਟੀ ਤੇ ਕੋਈ ਫਰਕ ਨਾ ਪਵੇ ਤੇ ਉਹ ਉਹਨਾਂ ਪ੍ਰੋਡਕਟ ਵੱਲ ਅਟਰੈਕਟ ਹੋ ਸਕਣ। ਨੈਕਸਟ ਆ ਗਿਆ ਸਾਡਾ ਪ੍ਰੋਡਕਟ ਪਰਸੈਪਸ਼ਨ। Perception is the psychological process the sales associate has to understand as to how products are perceived by customers. These perceptions influence the marketable of the product। ਹਰ ਇੱਕ ਸੇਲਸ ਐਸੋਸੀਏਟ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰੋਡਕਟ ਕਿਸ ਤਰ੍ਹਾਂ ਅੰਡਰਸਟੈਂਡ ਕਰਨੇ ਹਨ, ਇਹਨਾਂ ਦੀ ਕਸਟਮਰ ਦਿਮਾਗ ਦੇ ਵਿੱਚ ਕੀ ਪਰਸੈਪਸ਼ਨ ਚੱਲ ਰਹੀ ਹੈ, ਇਹਨਾਂ ਨੂੰ ਉਸਨੇ ਕਿਸ ਤਰ੍ਹਾਂ ਸੋਲਵ ਕਰਨਾ ਹੈ ਤੇ ਇਹ ਕਸਟਮਰ ਨੂੰ ਕਿੱਦਾਂ ਇਨਫਲੂਐਂਸ ਕਰਨਗੇ ਕਿ ਉਹ ਉਹਨਾਂ ਨੂੰ ਪ੍ਰੋਡਕਟ ਨੂੰ ਪਰਚੇਜ਼ ਕਰ ਸਕਣ ਤੇ ਕਸਟਮਰ ਇਨਫਲੂਐਂਸ ਹੋ ਸਕੇ ਪ੍ਰੋਡਕਟ ਦੇ ਨਾਲ। ਇਹ ਸਾਰੇ ਚੀਜ਼ਾਂ ਦਾ ਸੇਲਸ ਐਸੋਸੀਏਟ ਨੂੰ ਪਤਾ ਹੋਣਾ ਚਾਹੀਦਾ ਹੈ। ਪ੍ਰੋਡਕਟ ਇਵੈਲੂਏਸ਼ਨ।
Product evaluation help the retailer to know consumer satisfaction. ਪ੍ਰੋਡਕਟ ਇਵੈਲੂਏਸ਼ਨ ਕੀ ਹੁੰਦਾ? ਪ੍ਰੋਡਕਟ ਇਵੈਲੂਏਸ਼ਨ ਹਰ ਇੱਕ ਕਸਟਮਰ ਦਿਮਾਗ ਦੇ ਵਿੱਚ ਉਹ ਪ੍ਰੋਡਕਟ ਨੂੰ ਕਿੱਦਾਂ ਇਵੈਲੂਏਟ ਕਰਦੇ ਹਨ, ਇਹ ਚੀਜ਼ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ। ਅਤੇ ਉਹ ਕਸਟਮਰ ਉਹਨਾਂ ਨੂੰ ਕਿੱਦਾਂ ਸੈਟਿਸਫਾਈ ਕਰਨਾ ਹੈ, ਕਸਟਮਰ ਕਿੱਦਾਂ ਉਹਨਾਂ ਨੂੰ ਪ੍ਰੋਡਕਟ ਦੇ ਉੱਪਰ ਲੈ ਕੇ ਆਉਣਾ ਹੈ, ਪ੍ਰੋਡਕਟ ਕਿੱਦਾਂ ਖਰੀਦਣਗੇ, ਇਹ ਸਾਰੀਆਂ ਚੀਜ਼ਾਂ ਦਾ ਕਸਟਮਰ ਨੂੰ ਪਤਾ ਹੋਣਾ ਚਾਹੀਦਾ ਹੈ। ਅਤੇ ਕਸਟਮਰ ਨੂੰ ਇਹ ਕੰਪੈਰੀਜ਼ਨ ਕਰਨਾ ਚਾਹੀਦਾ ਹੈ ਕਿ ਜੋ ਐਫਰਟ ਉਹ ਕਰ ਰਿਹਾ ਹੈ ਅਤੇ ਉਹ ਉਹਨਾਂ ਨੂੰ ਅਵਾਰਡ ਉਹਨਾਂ ਨੂੰ ਮਿਲਣਾ ਚਾਹੀਦਾ ਕਿ ਕਸਟਮਰ ਉਹਨਾਂ ਦੀ ਪ੍ਰੋਡਕਟ ਪਰਚੇਜ਼ ਕਰ ਸਕੇ। ਇਸ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਵਿੱਚ ਯੂਨਿਟ ਨੰਬਰ 3 ਸੈਸ਼ਨ ਨੰਬਰ 3 ਹੈ ਅੱਜ ਦਾ ਟੌਪਿਕ, ਜਿਸ ਦਾ ਨਾਮ ਹੈ ਰਿਸਪੋਂਡਿੰਗ ਟੂ ਕੁਐਸਚਨਸ ਐਂਡ ਕਮੈਂਟਸ ਆਫ ਏ ਕਸਟਮਰ। ਚਲੋ ਸ਼ੁਰੂ ਕਰਦੇ ਹਾਂ। ਡੀਲਿੰਗ ਵਿਦ ਕਸਟਮਰ ਮਸਟ ਐਨਾਲਾਈਜ਼ ਦਾ ਸਿਚੁਏਸ਼ਨ ਐਂਡ ਆਨਸਰ ਅਕੋਰਡਿੰਗਲੀ। ਸਭ ਤੋਂ ਪਹਿਲਾਂ ਸਾਨੂੰ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨਾ ਚਾਹੀਦਾ ਹੈ, ਪਤਾ ਕਰਨਾ ਚਾਹੀਦਾ ਹੈ ਕਿ ਕਸਟਮਰ ਸਾਡੀ ਸ਼ਾਪ 'ਤੇ ਸਾਡੇ ਸਟੋਰ 'ਤੇ ਕਿਉਂ ਆਇਆ ਹੈ ਅਤੇ ਉਸ ਦਾ ਅਸੀਂ ਆਨਸਰ ਅਕੋਰਡਿੰਗਲੀ ਹੀ ਦੇਣਾ ਹੈ, ਉਸ ਦੇ ਅਕੋਰਡਿੰਗ ਹੀ ਦੇਣਾ ਹੈ। ਇਫ ਦ ਸੇਲਸ ਐਸੋਸੀਏਟ ਇਜ਼ ਅਨਏਬਲ ਟੂ ਆਨਸਰ ਕਸਟਮਰਸ ਕੁਆਰੀ, ਜੇ ਸੇਲਸ ਐਸੋਸੀਏਟ ਉਸ ਦਾ ਉੱਤਰ ਨਹੀਂ ਜਾਣਦਾ ਹੈ ਤਾਂ ਕਦੀ ਵੀ ਉਹ ਇਹ ਨਹੀਂ ਕਹੇਗਾ ਮੈਨੂੰ ਇਸ ਦਾ ਉੱਤਰ ਨਹੀਂ ਪਤਾ ਹੈ। ਉਹ ਇਹ ਕਹੇਗਾ ਸਰ ਤੁਹਾਡਾ ਕੁਐਸਚਨ ਵੈਲਿਡ ਹੈ ਅਤੇ ਮੈਂ ਇਸ ਦਾ ਆਨਸਰ ਪਤਾ ਕਰਕੇ ਤੁਹਾਨੂੰ ਦੱਸਦਾ ਹਾਂ। Place the need of customer as important over a situation of not knowing the answer। ਹਮੇਸ਼ਾ ਕਸਟਮਰ ਦੀ ਸਿਚੁਏਸ਼ਨ ਨੂੰ ਆਪਣੇ ਜਵਾਬ ਤੋਂ ਉੱਪਰ ਲੈ ਕੇ ਚੱਲੋ ਜੋ ਤੁਹਾਨੂੰ ਨਹੀਂ ਪਤਾ। ਜੇ ਤੁਹਾਨੂੰ ਨਹੀਂ ਪਤਾ ਤਾਂ ਪਤਾ ਕਰਕੇ ਦੱਸੋ ਉਸ ਨੂੰ, ਉਸ ਦਾ ਆਨਸਰ ਕੀ ਆਏਗਾ, ਕਦੀ ਵੀ ਨਹੀਂ ਉਸ ਵਿੱਚ ਯੂਜ਼ ਨਹੀਂ ਕਰਨਾ। ਨੈਕਸਟ ਹੈ ਇਸ ਤੋਂ ਬਾਅਦ ਵੈਨ ਐਨ ਆਈਟਮ ਇਜ਼ ਨਾਟ ਅਵੇਲੇਬਲ। ਜਦੋਂ ਕੋਈ ਪ੍ਰੋਡਕਟ ਸਟੋਰ ਵਿੱਚ ਅਵੇਲੇਬਲ ਨਹੀਂ ਹੈ ਤਾਂ ਉਸ ਸਿਚੁਏਸ਼ਨ ਵਿੱਚ ਸੇਲਸ ਐਸੋਸੀਏਟ ਨੇ ਕੀ ਕਰਨਾ ਹੈ? The main skill while dealing with the customers is the use of positive language। ਹਮੇਸ਼ਾ positive language ਦੇ according ਹੀ ਚੱਲਣਾ ਹੈ। If sales associate might respond to customer query in two ways। ਦੋ ਤਰੀਕੇ ਹਨ ਇਸ ਦੇ। ਸਭ ਤੋਂ ਪਹਿਲਾ ਹੈ with positive language। Positive language ਕੀ ਹੁੰਦੀ ਹੈ? The sales associate may say that the product will be available next month and I will place an order for you। ਸਰ ਪ੍ਰੋਡਕਟ ਅਗਲੇ ਮਹੀਨੇ ਆ ਜਾਏਗਾ, ਅਸੀਂ ਤੁਹਾਨੂੰ ਉਸ ਟਾਈਮ ਡਿਲੀਵਰ ਕਰ ਦੇਵਾਂਗੇ ਅਤੇ ਤੁਹਾਡਾ ਆਰਡਰ ਅਸੀਂ ਹੁਣ ਲੈ ਲੈਂਦੇ ਹਾਂ। ਇਹ ਹੋ ਗਈ ਗੱਲ ਪੋਜ਼ਿਟਿਵ ਲੈਂਗੁਏਜ ਦੀ। ਵਿਦਆਊਟ ਪੋਜ਼ਿਟਿਵ ਲੈਂਗੁਏਜ ਔਰ ਨੈਗੇਟਿਵ ਲੈਂਗੁਏਜ ਕੀ ਹੋਏਗਾ? ਦ ਸੇਲਸ ਐਸੋਸੀਏਟ ਮੇ ਟੈਲ ਦ ਕਸਟਮਰ ਦੈਟ ਪ੍ਰੋਡਕਟ ਰਿਕੁਆਇਰਡ ਇਜ਼ ਅਨਅਵੇਲੇਬਲ। ਪ੍ਰੋਡਕਟ ਸਾਡੇ ਕੋਲ ਅਵੇਲੇਬਲ ਨਹੀਂ ਹੈਗਾ। ਇਹ ਹੋ ਗਈ ਨੈਗੇਟਿਵ ਗੱਲ। ਹਮੇਸ਼ਾ ਕਸਟਮਰ ਨਾਲ ਨੈਗੇਟਿਵ ਗੱਲ ਨਹੀਂ ਕਰਨੀ, ਹਮੇਸ਼ਾ ਉਸ ਨਾਲ ਪੋਜ਼ਿਟਿਵ ਗੱਲ ਕਰਨੀ ਹੈ। ਨਏ ਵਰਡ ਅਸੀਂ ਯੂਜ਼ ਨਹੀਂ ਕਰਨਾ ਕਿਤੇ ਵੀ ਉਹਨਾਂ ਨਾਲ ਗੱਲ ਕਰਦੇ ਹੋਏ। ਇਸ ਤੋਂ ਬਾਅਦ ਆ ਗਿਆ ਨੈਕਸਟ ਟੌਪਿਕ ਵੈਨ ਟ੍ਰਾਂਸਫਰਿੰਗ ਕਾਲ ਆਫ ਕਸਟਮਰ। ਇਸ ਵਿੱਚ ਕੀ ਹੁੰਦਾ? ਜਦੋਂ ਅਸੀਂ ਕਸਟਮਰ ਦੀ ਕਾਲ ਨੂੰ ਟ੍ਰਾਂਸਫਰ ਕਰਦੇ ਹਾਂ। ਕਸਟਮਰ ਫੀਲ ਹੈਪੀ ਇਫ ਦ ਕੰਸਰਨ ਆਰ ਐਡਰੈਸਡ। ਕਸਟਮਰ ਗਾਹਕ ਖੁਸ਼ ਹੋਏਗਾ ਜੇ ਉਹਦੀ ਕਾਲ ਸਿੱਧੀ ਉਹਨਾਂ ਦੀ ਕੁਐਸਚਨ ਜੋ ਕੁਆਰੀ ਹੈ ਉੱਥੇ ਪਹੁੰਚ ਗਈ। ਜੇ ਉਹ ਉੱਥੇ ਨਹੀਂ ਪਹੁੰਚੀ ਤਾਂ ਉਹ ਓਬਵੀਅਸਲੀ ਗੁੱਸੇ 'ਚ ਆ ਜਾਏਗਾ। ਨੈਕਸਟ ਹੈ ਕਮੈਂਟਸ ਮੇਡ ਔਨ ਦ ਪ੍ਰੋਡਕਟ ਆਰ ਹਾਊ ਟੂ ਰਿਸਪੋਂਡ ਇਟ। ਉਸ ਦੇ ਉੱਪਰ ਉਸ ਨੂੰ ਕੋਈ ਕਮੈਂਟ ਦਿਓ, ਉਹ ਕੀ ਉਹਨਾਂ ਦੇ ਬਾਰੇ ਚਾਹੁੰਦਾ ਹੈ ਤੇ ਕਿੱਦਾਂ ਉਹਨੂੰ ਉਸ ਦੇ ਉੱਪਰ ਰਿਸਪੋਂਡ ਕਰਦਾ ਹੈ। ਕਸਟਮਰਸ ਕਮੈਂਟ ਐਂਡ ਸੁਜੈਸ਼ਨ ਔਨ ਦ ਯੂਜ਼ੇਜ ਐਂਡ ਇੰਪਰੂਵਮੈਂਟ ਇਨ ਏ ਪ੍ਰੋਡਕਟ। ਕਸਟਮਰ ਦੇ ਕਮੈਂਟ ਹਮੇਸ਼ਾ ਪ੍ਰੋਡਕਟ ਦੀ ਇੰਪਰੂਵਮੈਂਟ ਦੇ ਲਈ ਅਤੇ ਯੂਜ਼ ਕਰਨ ਦੇ ਤਰੀਕਿਆਂ ਦੇ ਵਿੱਚ ਹਮੇਸ਼ਾ ਕੰਪਨੀ ਨੂੰ ਲਾਹੇਵੰਦ ਜਾਂ ਫਾਇਦੇਮੰਦ ਹੁੰਦੇ ਹਨ। ਨੈਕਸਟ ਆ ਗਿਆ ਫੇਵਰਸ ਦੈਟ ਕੈਨ ਨਾਟ ਬੀ ਗ੍ਰਾਂਟਡ। ਜੋ ਕਸਟਮਰ ਸਾਨੂੰ ਦੇ ਰਿਹਾ ਫੇਵਰਸ ਉਹ ਕਦੀ ਵੀ ਸਾਡੇ ਲਈ ਗ੍ਰਾਂਟਡ ਨਹੀਂ ਹੁੰਦੇ। ਐਵਰੀ ਐਫਰਟ ਮਸਟ ਮੇਕ them ਹੈਪੀ। ਹਰ ਇੱਕ ਜੋ ਅਸੀਂ ਕੰਮ ਕਰਦੇ ਹਾਂ ਉਹਨਾਂ ਨਾਲ ਉਹਨੂੰ ਖੁਸ਼ ਕਰਦਾ ਹੈ। ਸਮ ਰਿਕੁਐਸਟ ਈਜ਼ੀ ਸਮ ਡਿਫਿਕਲਟ। ਕਦੀ ਕੋਈ ਰਿਕੁਐਸਟ ਸਾਡੇ ਲਈ ਸੌਖੀ ਹੁੰਦੀ ਹੈ, ਕਸਟਮਰ ਦੀ ਰਿਕੁਐਸਟ ਜੋ ਹੁੰਦੀ ਹੈ ਉਹ ਇੱਕਦਮ ਸੋਲਵ ਹੋ ਜਾਂਦੀ ਹੈ। ਕਦੀ ਉਹੀ ਰਿਕੁਐਸਟ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਅਤੇ ਉਸ ਨੂੰ ਸੋਲਵ ਕਰਨ ਦੇ ਵਿੱਚ ਕਈ ਵਾਰ ਸਮਾਂ ਲੱਗ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਕਲੋਜ਼ਿੰਗ ਵਿਦ ਦ ਕਸਟਮਰ। ਕਸਟਮਰ ਨਾਲ ਅਸੀਂ ਕਿੱਦਾਂ ਕਲੋਜ਼ ਕਰੀਏ ਇਸ ਬਾਰੇ ਗੱਲ ਕਰਦੇ ਹਾਂ। ਹਮੇਸ਼ਾ ਜੋ ਸੇਲਸ ਐਸੋਸੀਏਟ ਹੈ ਉਹ ਕੀ ਚਾਹੁੰਦਾ ਹੈ? ਉਸ ਜੋ ਗੱਲ ਕਰ ਰਿਹਾ ਕਸਟਮਰ ਨਾਲ ਉਹਨੂੰ ਜਲਦੀ ਤੋਂ ਜਲਦੀ ਕਲੋਜ਼ ਕਰਨਾ। ਇਹ ਗੱਲ ਨੂੰ ਕਲੋਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਕਸਟਮਰ ਨਾਲ ਉਸ ਦੀ ਜੋ ਪ੍ਰੋਡਕਟ ਸੇਲ ਹੋਣ ਜਾ ਰਹੀ ਹੈ ਉਸ ਵੇਚ ਰਿਹਾ ਹੈ। ਕਈ ਵਾਰ ਇੱਦਾਂ ਹੁੰਦਾ ਹੈ ਕਸਟਮਰ ਦੁਕਾਨ 'ਤੇ ਆਇਆ ਕੁਆਰੀ ਕਰਕੇ ਚਲਾ ਗਿਆ, ਉਹ ਵਾਪਿਸ ਆਏਗਾ ਅਤੇ ਪ੍ਰੋਡਕਟ ਪਰਚੇਜ਼ ਕਰੇਗਾ।
ਕਈ ਵਾਰ ਇੱਦਾਂ ਹੁੰਦਾ ਹੈ ਕਸਟਮਰ ਨਾਲ ਕਨਵਰਸੇਸ਼ਨ ਸਾਰੀ ਕਲੋਜ਼ ਹੋਈ ਤੇ ਉਹ ਪ੍ਰੋਡਕਟ ਪਰਚੇਜ਼ ਕਰ ਰਿਹਾ ਹੈ। ਕਈ ਵਾਰ ਇੱਦਾਂ ਹੁੰਦਾ ਉਹ ਸਿਰਫ ਕੁਆਰੀ ਕਰਨਾ ਹੈ, ਉਸਨੇ ਕੋਈ ਪ੍ਰੋਡਕਟ ਪਰਚੇਜ਼ ਨਹੀਂ ਕਰਨਾ। ਇਹਨੂੰ ਅਸੀਂ ਅਲੱਗ-ਅਲੱਗ ਤਰੀਕੇ ਨਾਲ ਲਾ ਕੇ ਚੱਲੀਏ ਤਾਂ ਪ੍ਰੋਡਕਟ ਨੂੰ ਪਲੇਸ ਕਰਨ ਦੇ ਲਈ ਜਾਂ ਕਈ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾਂ ਕੇਅਰ ਮਸਟ ਬੀ ਟੇਕਨ ਅਬਾਊਟ ਗੈਟਿੰਗ ਵਟ ਦਾ ਕਸਟਮਰ ਰਿਕੁਆਇਰਸ। ਜੋ ਕਸਟਮਰ ਚਾਹੁੰਦਾ ਹੈ ਉਸ ਦੇ ਅਕੋਰਡਿੰਗ ਹੀ ਸੇਲਸ ਐਸੋਸੀਏਟ ਉਸ ਨੂੰ ਰਿਸਪੌਂਡ ਕਰੇਗਾ। ਉਹਦੀਆਂ ਜੋ ਚੀਜ਼ਾਂ ਹਨ, ਉਹਦੀਆਂ ਜੋ ਕੁਆਰੀਆਂ ਹਨ, ਉਹਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਦੇ ਲਈ ਸੇਲਸ ਐਸੋਸੀਏਟ ਹਮੇਸ਼ਾ ਪ੍ਰਬੰਧ ਕਰਨਾ ਚਾਹੀਦਾ ਹੈ। If the customer needs information or has a query to be answered, ਜੇ ਕਸਟਮਰ ਦੀ ਕੋਈ ਕੁਆਰੀ ਹੈ ਉਹ ਹਮੇਸ਼ਾ ਸੇਲਸ ਐਸੋਸੀਏਟ ਨੂੰ ਪੂਰੀ ਕਰਨੀ ਚਾਹੀਦੀ ਹੈ। ਜੇ ਉਸਨੂੰ ਉਸ ਦਾ ਆਨਸਰ ਨਹੀਂ ਪਤਾ ਤਾਂ ਉਸਨੂੰ ਉਸ ਦੀ ਇਨਫੋਰਮੇਸ਼ਨ ਲੈ ਕੇ ਕਸਟਮਰ ਦੀ ਕੁਆਰੀ ਨੂੰ ਕਲੀਅਰ ਕਰਨਾ ਚਾਹੀਦਾ ਹੈ। The customer determine what is needed and that the need is met in the right way। ਇਹ ਹਮੇਸ਼ਾ ਡਿਟਰਮਿਨ ਕਰਨਾ ਚਾਹੀਦਾ ਕਸਟਮਰ ਕੀ ਚਾਹੁੰਦਾ ਹੈ ਤੇ ਉਸ ਦੀ ਜੋ ਜ਼ਰੂਰਤ ਹੈ ਉਸ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕੇ। ਇਹ ਹੋ ਗਈ ਸਾਡੀ ਕਲੋਜ਼ਿੰਗ ਵਿਦ ਏ ਕਸਟਮਰ। ਨੈਕਸਟ ਹੈਗਾ ਡੀਲਿੰਗ ਵਿਦ ਐਨ ਐਂਗਰੀ ਕਸਟਮਰ। The sales associate is required to be polite in dealing with an emotional and angry customer। ਸੇਲਸ ਐਸੋਸੀਏਟ ਨੂੰ ਹਮੇਸ਼ਾ ਸ਼ਾਂਤ ਰਹਿਣਾ ਚਾਹੀਦਾ ਹੈ ਜਦੋਂ ਉਹ ਗੱਲ ਕਰ ਰਿਹਾ ਹੈ ਕਿਸੇ ਗੁੱਸੇ ਵਾਲੇ ਕਸਟਮਰ ਦੇ ਨਾਲ। ਦਾ ਸੇਲਸ ਐਸੋਸੀਏਟ ਮੇ ਕੀਪ ਇਨ ਮਾਈਂਡ ਇਨ ਫੋਲੋਇੰਗ ਥਿੰਗਸ। ਉਸ ਦੇ ਦਿਮਾਗ ਦੇ ਵਿੱਚ ਹਮੇਸ਼ਾ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜਦੋਂ ਉਹ ਗੁੱਸੇ ਵਾਲੇ ਕਸਟਮਰ ਦੇ ਨਾਲ ਗੱਲ ਕਰ ਰਿਹਾ ਹੈ। ਸਭ ਤੋਂ ਪਹਿਲਾਂ ਅਪੋਲੋਜਾਈਜ਼, ਮਾਫੀ ਮੰਗੋ, ਸਰ ਆਈ ਐਮ ਸੌਰੀ, ਇਹ ਹੋ ਗਿਆ। ਸੈਕਿੰਡ, ਉਸ ਨੂੰ ਸਹਾਨੁਭੂਤੀ ਦਿਓ, ਆਈ ਅੰਡਰਸਟੈਂਡ, ਮੈਂ ਸਮਝ ਸਕਦਾ ਤੁਹਾਨੂੰ ਇਸ ਚੀਜ਼ ਨੇ ਕਿੰਨਾ ਅਪਸੈਟ ਕੀਤਾ ਹੋਇਆ ਹੈ। ਨੰਬਰ 3, ਐਕਸੈਪਟ ਰਿਸਪੌਂਸਿਬਿਲਿਟੀ, ਜੀ ਸਰ ਇਹ ਕੰਮ ਹੋ ਜਾਏਗਾ, ਇਹ ਸਾਡੀ ਗਲਤੀ ਹੈ। 4th, ਪ੍ਰਪੇਅਰ ਟੂ ਹੈਲਪ, ਤੇ ਉਸ ਦੀ ਹੈਲਪ ਹੈ ਜੋ ਉਸਦੀ ਜੋ ਪ੍ਰੋਬਲਮ ਹੈ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਤੇ ਜਲਦੀ ਉਸ ਨੂੰ ਸੋਲਵ ਕਰੋ। ਇਹ ਹੋ ਗਈਆਂ ਗੱਲਾਂ ਡੀਲਿੰਗ ਵਿਦ ਐਂਗਰੀ ਕਸਟਮਰ। ਉਸ ਤੋਂ ਬਾਅਦ ਆ ਗਿਆ ਨੈਕਸਟ ਸਾਡਾ ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ। ਅੱਜ ਅਸੀਂ ਗੱਲ ਕਰਾਂਗੇ 11th ਕਲਾਸ ਦੇ ਸਬਜੈਕਟ ਰਿਟੇਲ ਦੀ, ਜਿਸ ਦਾ ਯੂਨਿਟ ਨੰਬਰ 3 ਸੈਸ਼ਨ ਨੰਬਰ 4 ਟੌਪਿਕ ਹੋਏਗਾ ਅੱਜ ਦਾ ਟੈਕਨੀਕਸ ਆਫ ਕਲੋਜ਼ਿੰਗ ਏ ਸੇਲ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਲੋਜ਼ਿੰਗ ਏ ਸੇਲ ਕੀ ਹੁੰਦਾ ਹੈ। ਕਲੋਜ਼ਿੰਗ ਏ ਸੇਲ ਐਨ ਇੰਪੋਰਟੈਂਟ ਪਾਰਟ ਆਫ ਪਰਸਨਲ ਸੈਲਿੰਗ ਪ੍ਰੋਸੈਸ referred to completing a sale transaction. It is the final step while making a sales call to a customer। ਹੁਣ ਇੱਥੇ ਜੋ ਕਲੋਜ਼ਿੰਗ ਸੇਲ ਕਿਹਾ ਗਿਆ ਹੈ ਉਹ ਕਿਹਾ ਗਿਆ ਹੈ ਜਦੋਂ ਕਸਟਮਰ ਐਗਰੀ ਹੋ ਜਾਂਦਾ ਹੈ ਵਸਤੂ ਖਰੀਦਣ ਨੂੰ ਅਤੇ ਉਹ ਉਸ ਵਸਤੂ ਦਾ ਮੁੱਲ ਅਦਾ ਕਰ ਦਿੰਦਾ ਹੈ ਤੇ ਵਸਤੂ ਨੂੰ ਆਪਣੀ ਮਲਕੀਅਤ ਅੰਦਰ ਲੈ ਆਉਂਦਾ ਹੈ, ਉਸ ਨੂੰ ਕਹਿੰਦੇ ਹਨ ਕਲੋਜ਼ਿੰਗ ਸੇਲ। ਇਹ ਫਾਈਨਲ ਸਟੈਪ ਹੁੰਦਾ ਹੈ ਜਦੋਂ ਕਸਟਮਰ ਕੋਲ ਐਗਜ਼ੀਕਿਊਟਿਵ ਜਾਂਦਾ ਹੈ ਅਤੇ ਉਹ ਉਸ ਨੂੰ ਪੇਮੈਂਟ ਕਰ ਦਿੰਦਾ ਹੈ। ਪੇਮੈਂਟ ਕਰਨ ਤੋਂ ਵਸਤੂ ਨੂੰ ਗਾਹਕ ਖਰੀਦ ਲੈਂਦਾ ਹੈ। ਹੁਣ ਇਹਦੀ ਗੱਲ ਕਰੀਏ ਤਾਂ ਇਹਨੂੰ ਕਿਹੜੇ ਫੈਕਟਰਸ ਇਨਫਲੂਐਂਸ ਕਰਦੇ ਹਨ। ਸਭ ਤੋਂ ਪਹਿਲਾਂ ਹੈ ਸੇਲਸ ਪਰਸਨ ਪਰਸਨੈਲਿਟੀ। ਜੇ ਸੇਲ ਪਰਸਨ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਇਹਨੂੰ ਅਸੀਂ 3 ਭਾਗ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਫਿਜ਼ੀਕਲੀ, ਮੈਂਟਲ ਐਂਡ ਸੋਸ਼ਲ। ਸੇਲ ਪਰਸਨ ਦੀ ਪਰਸਨੈਲਿਟੀ ਸਭ ਤੋਂ ਜ਼ਿਆਦਾ ਇਨਫਲੂਐਂਸ ਕਰਦੀ ਹੈ ਕਸਟਮਰ ਨੂੰ ਜਦੋਂ ਉਸਨੇ ਵਸਤੂ ਨੂੰ ਪਰਚੇਜ਼ ਕਰਨਾ ਹੈ। ਫਿਜ਼ੀਕਲ ਪਰਸਨੈਲਿਟੀ ਕਿਹੜੀ ਹੁੰਦੀ ਹੈ? ਫਿਜ਼ੀਕਲ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਅਸੀਂ ਉਸਦੀ ਆਵਾਜ਼, ਉਸਦੀ ਨੀਟ ਅਪੀਅਰੈਂਸ ਅਤੇ ਉਸਦੀ ਹੈਲਥ, ਇਹ 3 ਚੀਜ਼ਾਂ ਫਿਜ਼ੀਕਲ ਅਪੀਅਰੈਂਸ ਦੇ ਵਿੱਚ ਸੇਲਸ ਪਰਸਨ ਦੀ ਪਰਸਨੈਲਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਮੈਂਟਲੀ ਦੀ ਤਾਂ ਅਲਰਟਨੈਸ, ਕੌਨਫੀਡੈਂਸ, ਐਂਥੂਜ਼ਿਆਜ਼ਮ, ਆਬਜ਼ਰਵੇਸ਼ਨ, ਇਹ ਮੈਂਟਲ ਅਪੀਅਰੈਂਸ ਦੇ ਵਿੱਚ ਗੱਲ ਆ ਗਈ। ਮੈਂਟਲ ਪਰਸਨੈਲਿਟੀ ਦੀ ਗੱਲ ਆ ਗਈ। ਤਾਂ ਸੋਸ਼ਲ ਦੀ ਗੱਲ ਕਰੀਏ ਤਾਂ ਕਰਟਸੀ, ਕੋਆਪਰੇਸ਼ਨ, ਮੈਨਰਸ, ਅਪੀਅਰੈਂਸ, ਇਹ ਸਭ ਚੀਜ਼ਾਂ ਗੱਲ ਆ ਗਈ ਹੈ ਉਸਦੇ ਸੋਸ਼ਲ ਪਰਸਨੈਲਿਟੀ ਦੇ ਵਿੱਚ। ਇਹ 3 ਚੀਜ਼ਾਂ ਜੇ ਉਸਦੀ ਬੋਡੀ, ਉਸਦੀ ਮੈਂਟਲ ਦੇ ਵਿੱਚ ਹਨ ਤਾਂ ਇਹ ਕਸਟਮਰ ਨੂੰ ਸਭ ਤੋਂ ਜ਼ਿਆਦਾ ਇੰਪ੍ਰੈਸ ਕਰ ਸਕਦੀਆਂ ਹਨ। ਸੈਕੰਡ ਆ ਗਿਆ ਅਵੇਅਰਨੈਸ ਆਫ ਕੰਪਨੀ ਪਾਲਿਸੀ, ਹਿਸਟਰੀ ਆਫ ਕੰਪਨੀ, ਇਟਸ ਓਰੀਜਨ, ਲੇਟਰ ਚੇਂਜ ਐਂਡ ਫਿਲਾਸਫੀ ਐਂਡ ਪਾਲਿਸੀ। ਇਹਨਾਂ ਦੀ ਗੱਲ ਕਰੀਏ ਤਾਂ ਇੱਕ ਸੇਲਸ ਐਗਜ਼ੀਕਿਊਟਿਵ ਨੂੰ ਕੰਪਨੀ ਦੇ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਕੰਪਨੀ ਕਦੋਂ ਬਣੀ, ਇਸ ਦੀ ਹੋਂਦ ਕਦੋਂ ਹੋਈ, ਇਸ ਦੇ ਹੋਂਦ ਕਰਨ ਵਾਲੇ ਜੋ ਹਨ CEO ਉਹ ਕੌਣ ਹਨ ਅਤੇ
इस दे विच किहड़े-किहड़े चेंजेस आईयां, इसनूं किसने पहलां परचेज कीता, उस तो बाद इसका नाम चेंज होया तां क्यों होया, इसकी पॉलिसीज़ किहड़ियां-किहड़ियां हन, इसका हैड ऑफिस कित्थे-कित्थे है, ये सारियां चीज़ां दी नॉलेज एक सेल्स एग्जीक्यूटिव होनी चाहिदी है। ਅਤੇ ਇਸ ਦੇ ਹੋਰ ਬ੍ਰਾਂਡਸ ਕਿਹੜੇ-ਕਿਹੜੇ ਹਨ, ਜੇ ਇਹ ਚੀਜ਼ਾਂ ਨਹੀਂ ਪਤਾ ਹੋਣਗੀਆਂ ਤਾਂ ਉਹ ਕਸਟਮਰ ਦੇ ਅੱਗੇ ਆਪਣੇ ਆਪ ਨੂੰ ਪ੍ਰੋਪਰਲੀ ਇੰਪ੍ਰੈਸ ਨਹੀਂ ਕਰ ਸਕਦਾ, ਜਿਸ ਨਾਲ ਕਿ ਕਸਟਮਰ ਨਾਲ ਉਹ ਰਿਲੇਸ਼ਨ ਨਹੀਂ ਬਣ ਸਕਦਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਪ੍ਰੋਡਕਟ ਇਨਫੋਰਮੇਸ਼ਨ ਦੀ। ਇਹਦੇ ਵਿੱਚ ਕੀ ਹੁੰਦਾ ਹੈ, ਇਨਕਲੂਡਸ ਡਿਫਰੈਂਟ ਮਾਡਲ, ਸਾਈਜ਼, weight, ingredient, packaging, quality, price, discount offer, benefit, replacement, आफ्टर सेल सर्विस। ये सारिया चीज़ों की एक सेल्स एग्जीक्यूटिव ਨੂੰ नॉलेज होनी चाहिए है। उसनों सब तो पहला ये नॉलेज होनी चाहिए ਕਿਹੜੀ वस्तु बेचण ਲਈ कस्टमर को जा रहा है ਤੇ कस्टमर ਦੇ ਦਿਮਾਗ ਦੇ ਵਿੱਚ ਕਿਹੜੀ वस्तु है, ਉਹ ਕਿਹੜੀ वस्तु खरीदनी चाहता है। उसनों अपनी हर एक प्रोडक्ट की नॉलेज होनी चाहिए है। कस्टमर की नीड के अकॉर्डिंग ही वो कस्टमर ਨੂੰ ਉਹ वस्तु पिच करेगा जो उसकी बेस्ट वस्तु कस्टमर की नीड ਨੂੰ पूरी करती होएगी। सेम वही गल है, नीड ऑफ कस्टमर, नॉलेज ऑफ प्रोस्पेक्टिव कस्टमर, he or she has to study in detail their buying behavior, likes, dislikes, nature and type of customer। ये सारी चीज़ां एक सेल्स एग्जीक्यूटिव ਨੂੰ पता होनी चाहिए। नेक्स्ट आ गया इंफॉर्मेशन ऑन कंपीटिंग प्रोडक्ट्स, द नॉलेज ऑफ ability of the product and competitors in the market। एक एग्जीक्यूटिव ਨੂੰ ਆਪਣੇ प्रोडक्ट की नॉलेज तो होनी चाहिए है, उस दे नाल उसनू अपने कंपीटीटर प्रोडक्ट्स की नॉलेज भी होनी चाहिए है। उसके कंपीटीटर किहड़े-किहड़े हैं, उसके बेनीफिट्स किहड़े-किहड़े हैं, और उन्होंने किस पैरामीटर से हरा सकता है। ये सारी चीज़ों की नॉलेज एक सेल्स एग्जीक्यूटिव को होनी चाहिए है। जे ये नॉलेज नहीं होगी तो वो अपने कंपीटीटर प्रोडक्ट को कदे भी पीछे नहीं छड़ सकता, और उसके कंपीटीटर हमेशा उस तो अगे ही जाएंगे। नैक्सट आ गया साडे टैक्नीक्स ऑफ क्लोजिंग ए सेल्स। एक सेल ਨੂੰ क्लोज ਕਰਨ ਦੇ ਲਈ ਕਿਹੜੇ-ਕਿਹੜੇ ਟੈਕਨੀਕਸ ਯੂਜ਼ ਕੀਤੀ ਜਾਂਦੀਆਂ ਹਨ, ਹੁਣ ਅਸੀਂ ਉਹਨਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆ ਗਿਆ ਨੈਚੁਰਲ क्लोज। It is also called as ask for it close। The sales associate has to be sure that customer does not sense that he or she is using a technique should appear as a natural development for the sales conversation। ਹੁਣ ਇਹਨਾਂ ਦੇ ਵਿੱਚ ਕੀ ਹੋਇਆ, ਨੈਚੁਰਲ क्लोज ਉਹ ਹੁੰਦਾ ਹੈ ਜਦੋਂ ਸੇਲ ਐਗਜ਼ੀਕਿਊਟਿਵ ਸੇਲਸ ਦੇ ਲਈ ਕਸਟਮਰ ਨੂੰ ਪਿਚ ਕਰ ਰਿਹਾ, ਪਰ ਕਸਟਮਰ ਨੂੰ ਇਹ ਪਤਾ ਨਹੀਂ ਹੋਣਾ ਚਾਹੀਦਾ ਕਿ ਉਹ ਕਸਟਮਰ ਨੂੰ ਕੋਈ ਪ੍ਰੋਡਕਟ ਪਿਚ ਕਰ ਰਿਹਾ ਹੈ ਤੇ ਨੈਚੁਰਲੀ ਉਹ ਪ੍ਰੋਡਕਟ ਨੂੰ ਪਰਚੇਜ਼ ਕਰੇਗਾ। ਇਸ ਨੂੰ ਆਸਕ ਫॉर ਇਟ क्लोज ਵੀ ਕਿਹਾ ਜਾਂਦਾ ਹੈ। ਦ ਆਰਡਰ ਫॉर क्लोज ਇਹ ਸੈਕੰਡ ਆ ਗਿਆ। ਇਟ ਇਜ਼ ਡਿਫਰੈਂਟ ਫਰੋਮ ਨੈਚੁਰਲ क्लोज, that is the question asked are not in direct reference to the customer। ਇਹਦੇ ਵਿੱਚ ਡਾਇਰੈਕਟ ਰੈਫਰੈਂਸ ਦੇ ਤੌਰ ਤੇ ਕਸਟਮਰ ਨੂੰ ਨਹੀਂ ਕੁਐਸਚਨ ਪੁੱਛੇ ਜਾਂਦੇ, ਇਹਦੇ ਲਈ ਕਸਟਮਰ ਨੂੰ ਅਲੱਗ ਤਰੀਕੇ ਨਾਲ ਪਿਚ ਕੀਤਾ ਜਾਂਦਾ ਹੈ ਪ੍ਰੋਡਕਟ ਤੇ ਉਸ ਰਾਹੀਂ ਇਹ ਪ੍ਰੋਡਕਟ ਉਸ ਨੂੰ ਸੇਲ ਕੀਤਾ ਜਾਂਦਾ ਹੈ। ਥਰਡ ਆ ਗਿਆ ਦ ਅਲਟਰਨੇਟਿਵ क्लोज। In this technique, the sales associate assume that customer visiting a store will definitely buy a product। The only thing that is not decided is the design, color, style, shape। So product presentation is important in this technique of closing sale। इस ਥਾਂ ਤੇ ਉਹਨਾਂ ਨੇ ਕਿਹਾ ਗਿਆ ਹੈ ਕਿ ਕਸਟਮਰ ਜਦੋਂ ਕੋਈ ਸਟੋਰ ਦੇ ਵਿੱਚ ਆ ਰਿਹਾ ਤਾਂ ਉਸਨੇ ਪ੍ਰੋਡਕਟ ਖਰੀਦਣਾ ਹੀ ਖਰੀਦਣਾ ਹੈ, ਪਰ ਉਸਨੂੰ ਇਹ ਨਹੀਂ ਪਤਾ ਪ੍ਰੋਡਕਟ ਦਾ ਡਿਜ਼ਾਈਨ ਕਿਹੜਾ ਹੋਏਗਾ, ਉਹ ਕਿਹੜਾ ਕਲਰ ਚੂਜ਼ ਕਰੇਗਾ ਤੇ ਉਸਦੀ ਸ਼ੇਪ ਕਿਹੜੀ ਹੋਏਗੀ। ਇਸ ਦੇ ਲਈ ਸੇਲਸ ਐਗਜ਼ੀਕਿਊਟਿਵ ਹਮੇਸ਼ਾ ਪ੍ਰੋਡਕਟ ਨੂੰ ਇਸ ਤਰ੍ਹਾਂ ਪਿਚ ਕਰੇਗਾ ਕਿ ਉਹ ਸੇਲ ਨੂੰ ਆਪਣੀ ਨੂੰ क्लोज कर सके ਅਤੇ ਪ੍ਰੋਡਕਟ ਕੋਈ ਗਾਹਕ ਪਰਚੇਜ਼ ਕਰ ਸਕੇ। फोर्थ आ गया द समरी क्लोज। Here the sales associates summarize the list of benefits that the customer receives if the product is purchased from the store। ਇਸ ਥਾਂ ਤੇ ਕਸਟਮਰ ਨੂੰ ਸੇਲਸ ਐਗਜ਼ੀਕਿਊਟਿਵ ਉਹਨਾਂ ਤੋਂ ਵਸਤੂ ਪਰਚੇਜ਼ ਕਰਨ ਦੇ ਫਾਇਦੇ ਦੱਸਦੇ ਹਨ ਅਤੇ ਜੇ ਉਹ ਉਹਨਾਂ ਦੇ ਸਟੋਰ ਤੋਂ ਵਸਤੂ ਖਰੀਦੇਗਾ ਤਾਂ ਉਸ ਨੂੰ ਕਿਹੜੇ-ਕਿਹੜੇ ਫਾਇਦੇ ਹੋਣਗੇ। ਜਿਵੇਂ ਇੱਕ ਟੀਵੀ ਲੈਂਦਾ ਤਾਂ ਉਸ ਦੇ ਨਾਲ ਇੱਕ ਸਟੀਰੀਓ ਫ੍ਰੀ, ਇਸ ਤਰ੍ਹਾਂ ਦੀ ਕੁਝ ਆਫਰਸ ਉਹ ਉਸ ਨੂੰ ਦੱਸਦਾ ਹੈ ਜਿਸ ਦੇ ਨਾਲ ਇੱਕ ਕਸਟਮਰ ਉਹਨਾਂ ਤੋਂ ਵਸਤੂ ਪਰਚੇਜ਼ ਕਰਦਾ ਹੈ ਅਤੇ ਪਰਚੇਜ਼ ਕਰਕੇ ਉਹ ਆਫਟਰ ਸੇਲ ਸਰਵਿਸ ਦੇ ਬੈਨੀਫਿਟ ਵੀ ਉਸ ਨੂੰ ਦੱਸਦਾ ਹੈ। ਉਸ ਤੋਂ ਬਾਅਦ ਆ ਗਿਆ ਦ ਕੌਸ਼ਨਰੀ ਟੇਲ क्लोज। Motivate the customer to decide to buy a product।
ਇਸ ਥਾਂ ਤੇ ਕਸਟਮਰ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਉਹ ਵਸਤੂ ਨੂੰ ਪਰਚੇਜ਼ ਕਰ ਲਵੇ ਅਤੇ ਉਸ ਦਾ ਡਿਸੀਜਨ ਲੈਣ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ। Fifth one, the final objection clause. Customers sometimes may have some objection. Sales associate has handled objection point as the final objection may affect his or her buying decision in the process of buying the decision. ਇਸ ਥਾਂ ਤੇ ਕਸਟਮਰ ਕੁਝ ਓਬਜੈਕਸ਼ਨਸ ਹੁੰਦੇ ਹਨ ਅਤੇ ਸੇਲਸ ਐਸੋਸੀਏਟ ਉਹਨਾਂ ਓਬਜੈਕਸ਼ਨ ਨੂੰ ਜੇ ਪ੍ਰੋਪਰਲੀ ਹੈਂਡਲ ਕਰ ਲੈਂਦਾ ਹੈ ਤਾਂ ਉਹ ਕਸਟਮਰ ਉਸ ਵਸਤੂ ਨੂੰ ਪਰਚੇਜ਼ ਕਰ ਸਕਦਾ ਹੈ ਅਤੇ ਜੇ ਉਹ ਉਹਨਾਂ ਕੁਐਸਚਨ ਨੂੰ ਪ੍ਰੋਪਰਲੀ ਹੈਂਡਲ ਨਹੀਂ ਕਰਦਾ ਤਾਂ ਉਹ ਸੇਲ ਕਲੋਜ਼ ਨਹੀਂ ਹੁੰਦੀ ਅਤੇ ਉਹ ਕਸਟਮਰ ਉਹ ਗਾਹਕ ਉਹ ਸੇਲ ਉਹਨਾਂ ਦੇ ਹੱਥ ਚੋਂ ਨਿਕਲ ਜਾਂਦੀ ਹੈ। Sixth one, the conditional sale clause. This technique can be used by the sales associate for that customer who are very slow in making a decision. In these conditions, the sales associate should assure and develop confidence in the customer that if any help is required, he or she will be at service. ਇਹ ਉਹਨਾਂ ਕਸਟਮਰ ਦੇ ਲਈ ਕੰਡੀਸ਼ਨਲ ਕਲੋਜ਼ ਬਣਾਈ ਜਾਂਦੀ ਹੈ ਜਿੱਥੇ ਇੱਕ ਕਸਟਮਰ ਡਿਸੀਜਨ ਲੈਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲਗਾਉਂਦੇ ਹਨ ਅਤੇ ਉਹਨਾਂ ਨੂੰ ਡਿਸੀਜਨ ਲੈਣ ਦੇ ਲਈ ਕਿਸੇ ਦੀ ਹੈਲਪ ਜਾਂ ਕਿਸੇ ਦੀ ਸਹਾਇਤਾ ਲੈਣੀ ਪੈਂਦੀ ਹੈ। ਇੱਥੇ ਇੱਕ ਸੇਲਸ ਐਸੋਸੀਏਟ ਜਾਂ ਸੇਲਸ ਐਗਜ਼ੀਕਿਊਟਿਵ ਇੱਕ ਕਸਟਮਰ ਦੇ ਵਿੱਚ ਇੰਨਾ ਕੌਨਫੀਡੈਂਸ ਪੈਦਾ ਕਰ ਦਿੰਦੇ ਹਨ ਕਿ ਉਹ ਆਪਣਾ ਡਿਸੀਜਨ ਔਨ ਦਾ ਸਪੋਟ ਲੈ ਸਕਦੇ ਹਨ ਅਤੇ ਉਹ ਕਸਟਮਰ ਨੂੰ ਅਸ਼ੋਰ ਕਰਦੇ ਹਨ ਜੇ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਆਏਗੀ ਤਾਂ ਉਹ ਉਹਨਾਂ ਦੀ ਹੈਲਪ ਲਈ ਹਮੇਸ਼ਾ ਉਪਲਬਧ ਹੋਣਗੇ। ਨੈਕਸਟ ਵਨ, 7th one, the lost sales approach. Different type of customer visit a store. Some come with the definite decision to purchase. Some may be inductive, some may be develop objection to purchase in the end. The sales associate must not feel that he or she has lost sale with such type of customers. ਇਸ ਤਰ੍ਹਾਂ ਤੇ ਕਸਟਮਰ ਨੂੰ objection handle ਕਰਨ ਦੇ ਲਈ ਇੱਕ ਸੇਲਸ ਐਸੋਸੀਏਟ ਅਲੱਗ-ਅਲੱਗ ਕਸਟਮਰ ਦੇ ਨਾਲ ਡੀਲ ਕਰਦਾ ਹੈ। ਕਈ ਕਸਟਮਰ ਇਦਾਂ ਦੇ ਹੁੰਦੇ ਹਨ ਜਿਹੜੇ ਪਹਿਲਾਂ ਹੀ ਸੋਚ ਕੇ ਹੁੰਦੇ ਹਨ ਅਸੀਂ ਅੱਜ ਪ੍ਰੋਡਕਟ ਪਰਚੇਜ਼ ਕਰਨਾ ਹੈ। ਇਸ ਤਰ੍ਹਾਂ ਦੇ ਕਸਟਮਰ ਨੂੰ ਹੈਂਡਲ ਕਰਨਾ ਸੇਲਸ ਐਸੋਸੀਏਟ ਲਈ ਬਹੁਤ ਆਸਾਨ ਹੁੰਦਾ ਹੈ। ਉਸ ਤੋਂ ਬਾਅਦ ਕੁਝ ਇਦਾਂ ਦੇ ਆਉਂਦੇ ਹਨ ਜਿਨ੍ਹਾਂ ਦੇ ਲਈ ਪ੍ਰੋਡਕਟ ਪਰਚੇਜ਼ ਕਰਨਾ ਤਾਂ ਹੁੰਦਾ ਹੈ ਪਰ ਉਹਨਾਂ ਦੇ ਮਾਈਂਡ ਦੇ ਵਿੱਚ ਬਹੁਤ ਜ਼ਿਆਦਾ ਓਬਜੈਕਸ਼ਨ ਬਹੁਤ ਜ਼ਿਆਦਾ ਕੁਆਰੀਜ਼ ਹੁੰਦੀਆਂ ਹਨ। ਉਹਨਾਂ ਨੂੰ ਜੇ ਸੇਲਸ ਐਸੋਸੀਏਟ ਹੈਂਡਲ ਕਰ ਲੈਂਦਾ ਹੈ ਤਾਂ ਉਸ ਦਾ ਪ੍ਰੋਡਕਟ ਵਿਕ ਜਾਂਦਾ ਹੈ ਅਤੇ ਜੇ ਨਹੀਂ ਹੈਂਡਲ ਕਰ ਪਾਉਂਦਾ ਤਾਂ ਉਹ ਕਸਟਮਰ ਉਸਦੇ ਹੱਥ ਵਿੱਚੋਂ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਕਈ ਕਸਟਮਰ ਇਦਾਂ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਕਿ ਉਹ ਡਿਸੀਜਨ ਹੁਣ ਲੈ ਸਕਦੇ ਹਨ ਜਾਂ ਬਾਅਦ 'ਚ ਲੈਣਗੇ। ਇਹਨਾਂ ਸਾਰਿਆਂ ਨੂੰ ਲੈ ਕੇ ਜੇ ਉਹ ਸਮਰਾਈਜ਼ ਕਰੀਏ ਤਾਂ ਇੱਕ ਸੇਲਸ ਐਸੋਸੀਏਟ ਦੇ ਮਾਈਂਡ ਦੇ ਵਿੱਚ ਕਾਫੀ ਕੁਛ ਆ ਜਾਂਦਾ ਹੈ ਅਤੇ ਉਹ ਆਪਣੀ ਅਪਰੋਚ ਨੂੰ ਭੁੱਲ ਜਾਂਦਾ ਹੈ। ਇਸ ਤਰ੍ਹਾਂ ਦੇ ਅਪਰੋਚ ਨੂੰ ਨਾ ਭੁੱਲੇ ਇਸ ਦੇ ਲਈ ਤਾਂ ਲੋਸਟ ਸੇਲਸ ਅਪਰੋਚ ਅਪਣਾਈ ਜਾਂਦੀ ਹੈ ਜਿਸ ਦੇ ਨਾਲ ਇਸ ਸੇਲਸ ਐਸੋਸੀਏਟ ਦੇ ਮਾਈਂਡ ਦੇ ਵਿੱਚ ਹਮੇਸ਼ਾ ਕੌਨਫੀਡੈਂਸ ਬਣਿਆ ਰਹੇ। The last one is the assumption clause. The customer's manner, body language or comments may indicate the decision that he or she made to buy a decision. ਇਸ ਤਰ੍ਹਾਂ ਤੇ ਜਦੋਂ ਕੋਈ ਕਸਟਮਰ ਇੱਕ ਸਟੋਰ ਦੇ ਵਿੱਚ ਜਾਂਦਾ ਹੈ ਤਾਂ ਉਸ ਦੀ ਬੋਡੀ ਲੈਂਗੁਏਜ, ਉਸ ਦੇ ਕਮੈਂਟ, ਉਸ ਦੀ ਕੁਆਰੀ ਤੋਂ ਇੱਕ ਸੇਲਸ ਐਸੋਸੀਏਟ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਵਸਤੂ ਪਰਚੇਜ਼ ਕਰੇਗਾ ਜਾਂ ਨਹੀਂ ਕਰੇਗਾ। ਇਹ ਸਭ ਸਾਡੀਆਂ ਗੱਲਾਂ ਹੋ ਗਈਆਂ ਟੈਕਨੀਕਸ ਟੂ ਕਲੋਜ਼ ਇਟ ਸੇਲ। ਇਸ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।